भोगपुर वाले जो आए हैं उन्होंने तो आप गुरु इतिहास सरवण करिए, अपने इतिहास नाल जुड़िए। वाहिगुरू जी का खालसा, वाहिगुरू जी की फतेह। सतनाम। धन वाहिगुरू साहिब जीओ। श्री नानक अंगद गुरु अमरदास पगबंध। रामदास अर्जन गुरु बर श्री हर गोबिंद। हर राय हर कृष्ण गुर तेग बहादुर चंद। दसवें गुरु गोबिंद सिंह नमो चरण अरविंद। जिसमें अमृत ज्ञान है मानक भगत बैराग। गुरु ग्रंथ साहिब ओदत बंदो कर अनुराग। एक अंकारा सतगुरु तेह प्रसाद सच होए। वाहेगुरु जी की फतेह बिघ्न बिनाशन सोए। वाहेगुरु जी की फतेह बिघ्न बिनाशन सोए। मूक उचरै शास्त्र खट पिंग गिरन चढ़ जाए। अंध लखै बदरो सुनै जो काल कृपा कराए। कहाँ बुद्ध प्रभ तुच्छ हमारी बरन सकै महिमा जो तिहारी। हम न सकत कर सिफत तुम्हारी आप लिहो तुम कथा सुधारी। वालिए कुल आलम मुजस्मे आबे हयात बानी दे बोहित सरवरे कायनात धन धन गुरु ग्रंथ ਸਾਹਿਬ जी महाराज तिन्हां दी पावन पवित्र हजूरी दे विच ਐਤਵਾਰ ਦੇ ਦੀਵਾਨਾਂ ਦੇ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਓ। ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤ ਸੰਗਤ ਜੀ, ਅੱਜ ਆਪਾਂ ਉਸ ਮਹਾਨ ਸ਼ਹੀਦ ਦੀਆਂ ਗਾਥਾਵਾਂ, ਉਹਨਾਂ ਦੀਆਂ ਬਾਤਾਂ ਪਾਉਣੀਆਂ ਹਨ ਜਿਨ੍ਹਾਂ ਦੇ ਬਾਰੇ ਅਸੀਂ ਅਰਦਾਸ ਦੇ ਵਿੱਚ ਹਰ ਰੋਜ਼ ਇੱਕ ਬਚਨ ਪੜ੍ਹਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ। ਖੋਪਰੀਆਂ ਲੋਹਾਈਆਂ, ਖੋਪਰੀਆਂ ਲੋਹਾਈਆਂ ਤੋਂ ਭਾਵ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ। ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਇਹਨਾਂ ਦਾ ਅਸੀਂ ਪੂਰਾ ਜਿਹੜਾ ਇਹ ਪਹਿਰਾ ਉਹ ਇਹਨਾਂ ਦੇ ਵਾਸਤੇ ਪੜ੍ਹਦੇ। ਇਸ ਪਹਿਰੇ ਦੀ ਜਿਹੜੀ ਸੰਪੂਰਨਤਾ ਹੋ ਰਹੀ ਹੈ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਆਹ ਚੀਜ਼ ਹੈ ਸਿੱਖੀ ਕੇਸਾਂ ਸੁਆਸਾਂ ਦੇ ਨਾਲ। ਇਹ ਸਿੱਖ ਦੀ ਜਿਹੜੀ ਹੈ, ਅਸੀਂ ਆਮ ਤੌਰ 'ਤੇ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਜਾਂਦੇ ਹਾਂ। ਮੈਂ ਇੱਥੋਂ ਪਹਿਲਾਂ ਗੱਲ ਸ਼ੁਰੂ ਕਰ ਲਵਾਂ ਅਤੇ ਅਸੀਂ ਉੱਥੇ ਕੀ ਅਰਦਾਸ ਕਰਦੇ ਹਾਂ? ਤੇਰੇ ਕਾਰੋਬਾਰ ਦੇ ਵਿੱਚ ਵਾਧਾ ਹੋਵੇ, ਤੇਰਾ ਕਾਰੋਬਾਰ ਜਿਹੜਾ ਵੱਧ ਤੋਂ ਵੱਧ ਵਧੇ। ਆਪਾਂ ਇਹ ਅਰਦਾਸ ਕਰਦੇ ਸਾਧ ਸੰਗਤ ਜੀ। ਕਾਰੋਬਾਰ ਤਾਂ ਚੱਲਦੇ ਵੀ ਰਹਿਣੇ ਹੈ, ਬੰਦ ਵੀ ਹੋਣੇ ਹੈ, ਲੇਕਿਨ ਜਿਹੜੀ ਸਿੱਖੀ ਆ ਨਾ ਉਹ ਨਹੀਂ ਉਹ ਮਿਲਣੀ। ਅਰਦਾਸ ਸਾਡੀ ਕੀ ਹੋਣੀ ਚਾਹੀਦੀ ਹੈ ਕਿ ਵਾਹਿਗੁਰੂ ਪਰਿਪੂਰਨ ਪਰਮਾਤਮਾ ਆਪ ਦੇ ਘਰ ਗੁਰਸਿੱਖੀ ਦਾ ਬੂਟਾ ਲਾਵੇ, ਨਾਮ ਦੀ ਦਾਤ ਬਖਸ਼ੇ। ਨਾਮ ਦੀ ਦਾਤ, ਇਹ ਸਾਡੀ ਅਰਦਾਸ।
ਅੱਜ ਆਪਾਂ ਉਸ ਸ਼ਹੀਦ ਦੀ ਗਾਥਾ, ਇਸ ਸ਼ਹੀਦ ਦੀ ਜੋ ਗਾਥਾ ਹੈ, ਦਾਸ ਦੇ ਨਾਲ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ ਨੇ ਸੇਵਾ ਕਰਨੀ ਸੀ, ਲੇਕਿਨ ਅਚਾਨਕ ਉਹਨਾਂ ਦੀ ਬੱਚੀ ਬਿਮਾਰ ਹੋ ਗਈ, ਜਿਸ ਕਰਕੇ ਭਾਈ ਸਾਹਿਬ ਜੀ ਨਹੀਂ ਆ ਸਕੇ। ਸੋ ਮੈਂ ਆਪ ਹੀ ਪੋਥੀ ਤੋਂ ਪੜਾਂਗਾ ਤੇ ਆਪ ਹੀ ਮੈਂ ਉਹਦੇ ਵਿਚਾਰ ਕਰਾਂਗਾ। ਇਹ ਜੋ ਪੋਥੀ ਹੈ, ਇਹ ਮੈਂ ਉਸ ਪੋਥੀ ਦਾ ਆਸਰਾ ਲਿਆ, ਉਸ ਰਚੈਤਾ ਦਾ ਆਸਰਾ ਲਿਆ ਜਿਹਦਾ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਹੈ। ਮੇਰੇ ਕਹਿਣ ਤੋਂ ਭਾਵ ਭਾਈ ਰਤਨ ਸਿੰਘ ਜੀ ਭੰਗੂ, ਭਾਈ ਰਤਨ ਸਿੰਘ ਜੀ ਭੰਗੂ ਦੇ ਪਰਿਵਾਰ ਦੇ ਵਿੱਚੋਂ ਹੋਏ ਆ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਮੀਰਾ ਕੋਟੀਆ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾਇਆ। ਇਹਨਾਂ ਦੇ ਪਰਿਵਾਰ ਚੋਂ ਹੋਏ ਆ ਸ਼ਾਮ ਸਿੰਘ ਕਰੋੜੀਆ ਮਿਸਲ ਵਾਲੇ। ਤੇ ਜਦੋਂ ਇਹਨਾਂ ਦਾ ਖਾਨਦਾਨ ਅੱਗੇ ਚੱਲਿਆ ਨਾ, ਤੇ 1984 ਦੇ ਵਿੱਚ ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ, ਉਹ ਵੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੈ। ਮੈਂ ਉਸ ਦੀ ਰਚਨਾ ਜਿਹੜੀ ਹੈ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਭਾਈ ਸਾਹਿਬ ਜੀ ਇਸ ਰਚਨਾ ਦੀ ਜੋ ਸ਼ੁਰੂਆਤ ਹੈ, ਸ਼ੁਰੂਆਤ ਦੇ ਵਿੱਚ ਭਾਈ ਸਾਹਿਬ ਜੀ ਤਾਰੂ ਸਿੰਘ ਸ਼ਹੀਦ ਨੂੰ ਭੁਜੰਗੀ ਸ਼ਹੀਦ ਲਿਖਦੇ ਆ ਔਰ ਨਾਲ ਸ਼ਬਦ ਲਿਖਦੇ ਆ ਨਿਹੰਗ। ਬੜੇ ਧਿਆਨ ਦੇ ਨਾਲ ਆਪ ਜੀ ਨੇ ਸਾਥ ਦੇਣਾ। ਦੋਹਰਾ ਸਾਖੀ ਭਾਈ ਤਾਰੂ ਸਿੰਘ ਕੀ, ਸੁਨੋ ਸਿੰਘ ਮਨ ਲਾਏ। ਜਿਹੜੇ ਪੰਕਤੀਆਂ ਥੋੜ੍ਹੀਆਂ ਜਿਹੀਆਂ ਹੋਣਗੀਆਂ ਉਹਦੇ ਆਪਾਂ ਅਰਥ ਕਰਾਂਗੇ, ਜਿਹੜੀਆਂ ਸਿੰਪਲ ਆਪ ਜੀ ਨੂੰ ਸਮਝ ਆਉਣਗੀਆਂ ਉਹ ਆਪਾਂ ਇਸੇ ਤਰ੍ਹਾਂ ਚੱਲਾਂਗੇ। ਸਾਖੀ ਭਾਈ ਤਾਰੂ ਸਿੰਘ ਕੀ, ਸੁਨੋ ਸਿੰਘ ਮਨ ਲਾਏ। ਜੋ ਖਾਨ ਬਹਾਦਰ ਲੈ ਤੁਰਿਓ, ਖੋਪਰੀ ਸਿਰੋਂ ਉਤਰਾਏ। ਇਹਨੂੰ ਖਾਨ ਬਹਾਦਰ ਵੀ ਕਹਿੰਦੇ ਆ ਔਰ ਇਹਦਾ ਨਾਮ ਜ਼ਕਰੀਆ ਖਾਨ ਵੀ ਹੈ। ਮੈਂ ਇੱਥੇ ਥੋੜ੍ਹਾ ਜਿਹਾ ਦੱਸਦਾ। ਜ਼ਕਰੀਆ ਖਾਨ ਨੇ ਉਸ ਸਮੇਂ ਐਲਾਨ ਕੀ ਕੀਤਾ ਸੀਗਾ, ਜੋ ਸਿੰਘਨ ਕੇ ਦੱਸੇ ਗ੍ਰਾਮ, ਹਮਤੇ ਲੇਵੇ ਬਹੁਤ ਇਨਾਮ, ਮਾਰ ਕੂਟ ਇਨਕੀ ਮਾਫ ਕਰੀ। ਇਹਨਾਂ ਨੂੰ ਕਹਿੰਦਾ ਮਾਰੋ, ਇਹਨਾਂ ਨੂੰ ਕਹਿੰਦਾ ਕੁੱਟੋ, ਉਹਨੂੰ ਕਹਿੰਦਾ ਕੋਈ ਸਜ਼ਾ ਨਹੀਂ ਹੋਵੇਗੀ। ਔਰ ਇਹ ਜ਼ਕਰੀਆ ਖਾਨ ਹੀ ਐਸਾ ਸੀਗਾ ਪੰਜਾਬ ਦਾ ਗਵਰਨਰ, ਜਿਹਦੇ ਕਰਕੇ ਵਿਦਵਾਨ ਲਿਖਦੇ ਆ ਕਿ ਨਖਾਸ ਚੌਂਕ ਦੀ ਮਿੱਟੀ ਦੇ ਕਣ ਕਣ ਵਿੱਚ ਸਿੱਖਾਂ ਦੇ ਸ਼ਹੀਦਾਂ ਦਾ ਖੂਨ ਜਿਹੜਾ ਰਚਿਆ ਹੋਇਆ ਸੀ। ਕਹਿਣ ਤੋਂ ਭਾਵ ਕਿ ਬਹੁਤ ਸਾਰਾ ਜ਼ੁਲਮ ਇਹਨੇ ਜਿਹੜਾ ਸੀਗਾ ਉਹ ਸਿੱਖਾਂ ਤੇ ਕੀਤਾ ਔਰ ਉਹਨਾਂ ਨੂੰ ਇਹਨੇ ਸ਼ਹੀਦ ਕੀਤਾ। ਜੋ ਖਾਨ ਬਹਾਦਰ ਲੈ ਤੁਰਿਓ, ਖੋਪਰੀ ਸਿਰੋਂ ਉਤਰਾਏ। ਇੱਥੋਂ ਸ਼ੁਰੂ ਕਰਦੇ ਹਨ ਕਿ ਖਾਨ ਬਹਾਦਰ ਜਿਹੜਾ ਸੀਗਾ ਉਹ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਨ ਵਾਸਤੇ ਉਹਨਾਂ ਦੇ ਪਿੰਡ ਪੂਲਾ ਪਿੰਡ ਤੋਂ ਉਹਨਾਂ ਨੂੰ ਲੈ ਕੇ ਚੱਲਿਆ ਸੀ। ਜੋ ਮਾਝੇ ਮੇ ਬਸਤ ਥੇ ਭਲੇ ਸੋ ਪੂਲੇ ਗਾਮ। ਉਹਨਾਂ ਦਾ ਪਿੰਡ ਦਾ ਨਾਮ ਕੀ ਹੈ? ਪੂਲਾ ਪਿੰਡ। ਔਰ ਮਾਝੇ ਦੇ ਵਿੱਚ ਇਹ ਪਿੰਡ ਪੈਂਦਾ। ਉਸ ਪਿੰਡ ਵਿੱਚ ਭਾਈ ਤਾਰੂ ਸਿੰਘ ਜੀ ਰਹਿੰਦੇ ਸੀ। ਭਾਈ ਤਾਰੂ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਬਚਪਨ ਦੇ ਵਿੱਚ ਹੀ ਚੜ੍ਹਾਈ ਕਰ ਗਏ ਜਦੋਂ ਇਹਨਾਂ ਦੀ ਅਰਬਲਾ ਛੋਟੀ ਸੀ। ਇਹਨਾਂ ਦੇ ਘਰ ਇੱਕ ਮਾਂ ਔਰ ਇੱਕ ਇਹਨਾਂ ਦੀ ਭੈਣ ਹੈ। ਮਾਂ ਨੇ ਇਹਨਾਂ ਦੀ ਪਾਲਣਾ ਕੀਤੀ ਹੈ। ਸਾਧ ਸੰਗਤ ਜੀ, ਜਿਹੜੀ ਬਾਣੀ ਮਾਂ ਆਪਣੇ ਪੇਕਿਆਂ ਤੋਂ ਲੈ ਕੇ ਆਈ ਸੀ, ਉਹ ਇਹਨੇ ਬਾਣੀ ਜਿਹੜੀ ਹੈ ਪੂਲੇ ਦੇ ਅੰਦਰ ਵਾੜੀ। ਮੇਰੇ ਕਹਿਣ ਤੋਂ ਭਾਵ ਇੱਕ ਟੁਕ ਗੱਲ ਕਰਾਂ, ਮਾਂ ਚਾਹਵੇ ਤੇ ਬੱਚੇ ਨੂੰ ਫਕੀਰ ਬਣਾ ਦੇਵੇ ਤੇ ਮਾਂ ਚਾਹੇ ਤੇ ਬੱਚੇ ਨੂੰ ਸ਼ੈਤਾਨ ਬਣਾ ਦੇਵੇ। ਇਹ ਸਾਡੇ ਕੋਲ ਬੇਅੰਤ ਇਤਿਹਾਸ ਵਿੱਚ ਸਾਖੀਆਂ। ਪ੍ਰੋਫੈਸਰ ਪੂਰਨ ਸਿੰਘ ਜਦੋਂ ਬਚਪਨ ਦੇ ਵਿੱਚ ਮਾਂ ਉਠਾਉਂਦੀ ਸੀ ਨਾ, ਤੇ ਮਾਂ ਇਹ ਨਹੀਂ ਸੀ ਕਹਿੰਦੀ ਪੂਰਨਾ ਉੱਠ। ਮਾਂ ਘੁੰਮਦਿਆਂ ਘੁਮਾਉਂਦਿਆਂ ਉਹਦੇ ਕੰਨ ਵਿੱਚ ਜਪਜੀ ਸਾਹਿਬ ਦੀ ਪੌੜੀ ਪੜ ਜਾਂਦੀ ਸੀ। ਉਹ ਗੱਲ ਵੱਖਰੀ ਹੈ। ਪੂਰਨ ਸਿੰਘ ਸਮੇਂ ਦੇ ਨਾਲ ਉਹਨੇ ਸਿੱਖੀ ਤਿਆਗੀ ਹੈ, ਮਾਂ ਕੋਲ ਆਇਆ ਹੈ, ਫਿਰ ਭਾਈ ਵੀਰ ਸਿੰਘ ਦੀ ਸੰਗਤ ਮਿਲੀ। ਇਹ ਲੰਬਾ ਪ੍ਰਸੰਗ ਹੈ, ਲੇਕਿਨ ਅੱਜ ਅਸੀਂ ਪ੍ਰੋਫੈਸਰ ਪੂਰਨ ਸਿੰਘ ਦਾ ਸਤਿਕਾਰ ਕਰਦੇ ਹਾਂ। ਮੇਰੇ ਕਹਿਣ ਤੋਂ ਭਾਵ ਉਹ ਜਿਹੜਾ ਬੂਟਾ ਮਾਂ ਨੇ ਬਚਪਨ ਦੇ ਵਿੱਚ ਉਹਦੇ ਅੰਦਰ ਬੀਜ ਦਿੱਤਾ ਸੀ ਨਾ, ਬੇਸ਼ੱਕ ਥੋੜੇ ਸਮੇਂ ਵਾਸਤੇ ਉਹ ਬੂਟਾ ਨਹੀਂ ਫਲਿਆ, ਲੇਕਿਨ ਉਹ ਜਿਹੜਾ ਪੂਰਨ ਸਿੰਘ ਸੀਗਾ ਉਹ ਫਿਰ ਦੁਬਾਰਾ ਸਿੱਖੀ ਵਿੱਚ ਆਇਆ ਔਰ ਸਿੱਖੀ ਦੇ ਲਈ ਉਹਨੇ ਜਿਹੜੇ ਸੀਗੇ ਬਹੁਤ ਸਾਰਾ ਇਤਿਹਾਸ, ਬਹੁਤ ਸਾਰੇ ਉਹਨੇ ਕਿਤਾਬਾਂ ਜਿਹੜੀਆਂ ਲਿਖੀਆਂ। ਆਪਾਂ ਅੱਗੇ ਚਲੀਏ। ਹਠੀ ਤਪੀਸਾ ਚੋਸਤੀ, ਨਿਹੰਗ ਤਾਰੂ ਸਿੰਘ ਨਾਮ ਹਠੀ ਹੈ। ਹਠੀ ਉਹਨੂੰ ਨਹੀਂ ਕਹਿਣਾ ਕਿ ਜੰਗਲਾਂ ਦੇ ਵਿੱਚ ਜਾ ਕੇ ਪੁੱਠਾ ਲਟਕਿਆ। ਹਠੀ ਦਾ ਅਖਰੀ ਅਰਥ ਹੈ ਚੌਂਕੜਾ ਮਾਰ ਕੇ ਬਾਣੀ ਪੜ੍ਹਨੀ
ਤੇ ਜਦੋਂ ਕੰਮ ਤੇ ਜਾਣਾ ਤੇ ਕੰਮ ਕਰਦਿਆਂ ਵੀ ਆਪਣਾ ਚਿੱਤ ਜਿਹੜਾ ਉਹ ਪਰਿਪੂਰਨ ਪਰਮਾਤਮਾ ਦੇ ਨਾਲ। ਹਠੀ ਜਪੀ ਤਪੀ, ਜਪ ਕਰਦਾ, ਤਪ ਕਰਦਾ, ਲੋਕਾਂ ਦੀ ਸੇਵਾ ਕਰਦਾ। ਸਿੰਘ ਜਿਹੜੇ ਜੰਗਲਾਂ ਦੇ ਵਿੱਚ ਸੀਗੇ ਉਹਨਾਂ ਦੀ ਸੇਵਾ ਕਰਦਾ, ਉਹਨਾਂ ਨੂੰ ਭੋਜਨ ਜਿਹੜਾ ਉਹ ਪਹੁੰਚਾਉਂਦਾ ਸੀ। ਉੱਥੋਂ ਫਿਰ ਜਦੋਂ ਨਾ ਨਵਾਬ ਨੇ ਪੁੱਛਿਆ ਆਪਣੇ ਸਾਰਿਆਂ ਨੂੰ, ਕਹਿੰਦੇ ਕਾਰਨ ਕੀ ਹੈ ਵੀ ਸਿੰਘ ਜਿਹੜੇ ਆ ਇਹ ਮੁੱਕਦੇ ਨਹੀਂ ਹੈ, ਗੱਲ ਕੀ ਹੋਈ ਹੈ, ਕਿਸ ਤਰ੍ਹਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਮੈਂ ਤੇ ਕਹਿੰਦਾ ਜਿਹੜੇ ਸ਼ਹਿਰਾਂ ਚੋਂ ਸਿੰਘ ਭਜਾ ਦਿੱਤੇ ਹੈ, ਲੇਕਿਨ ਫਿਰ ਵੀ ਕਹਿੰਦਾ ਸਿੰਘ ਜਿਹੜੇ ਜੀਂਦੇ ਆ, ਗੱਲ ਕੀ ਹੈ ਕਹਿੰਦਾ। ਉੱਥੇ ਫਿਰ ਉਹਦਾ ਇੱਕ ਨਾ ਅਹਿਦੀਆ ਸੀਗਾ, ਉਹਦਾ ਨਾਮ ਸੀ ਹਰਭਗਤ ਨਿਰੰਜਨੀਆ। ਮੈਂ ਹਰਭਗਤ ਨਿਰੰਜਨੀਆ ਬਾਰੇ ਥੋੜਾ ਜਿਹਾ ਬੋਲਦੇ ਹਾਂ। ਗੁਰੂ ਅਮਰਦਾਸ ਜੀ ਦੇ ਸਮੇਂ ਤੇ ਇੱਕ ਹੋਇਆ ਹੰਡਾਲ, ਜਿਹਨੂੰ ਬਾਬਾ ਹੰਡਾਲ ਵੀ ਕਹਿੰਦੇ ਆ। ਗੁਰੂ ਅਮਰਦਾਸ ਦੇ ਸਮੇਂ ਤੇ ਹੋਇਆ ਬਾਬਾ ਹੰਡਾਲ, ਤੇ ਬਾਬਾ ਹੰਡਾਲ ਇਤਨਾ ਗੁਰੂ ਘਰ ਦਾ ਪਿਆਰਾ ਸੀ। ਇੱਕ ਦਿਨ ਨਾ ਰਸੋਈ ਵਿੱਚ ਆਟਾ ਗੁੰਨ ਰਿਹਾ, ਰਸੋਈ ਵਿੱਚ ਆਟਾ ਗੁੰਨ ਰਿਹਾ, ਹੱਥ ਉਹਦੇ ਆਟੇ ਨਾਲ ਲਿਬੜੇ ਹੋਏ ਹੈ, ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਆ ਰਹੇ ਆ। ਹੁਣ ਉਹਨੇ ਦੇਖਿਆ ਵੀ ਜਿੰਨੀ ਦੇਰ ਤੱਕ ਮੈਂ ਹੱਥ ਧੋਵਾਂਗਾ ਤੇ ਗੁਰੂ ਅਮਰਦਾਸ ਨੇ ਲਾਗੋਂ ਲੰਘ ਜਾਣਾ, ਤੇ ਉਹਨੂੰ ਪਤਾ ਸੀ ਕਹਿੰਦਾ ਜੇ ਮੈਂ ਹੱਥ ਧੋਣ ਚਲ ਗਿਆ ਤੇ ਮੇਰੇ ਕੋਲੋਂ ਫਿਰ ਉਹਨਾਂ ਤੇ ਚਰਨਾਂ ਤੇ ਮੱਥਾ ਟੇਕ ਨਹੀਂ ਹੋਣਾ। ਉਹਨੇ ਕੀ ਕੀਤਾ, ਲਿਬੜੇ ਹੱਥਾਂ ਦੇ ਨਾਲ ਹੱਥ ਪਿੱਛੇ ਨੂੰ ਕੀਤੇ, ਗੋਡੇ ਉਹਨੇ ਹੇਠਾਂ ਮੁੱਧੇ ਕੀਤੇ ਤੇ ਉਹਨਾਂ ਦੇ ਨਾਲ ਹੀ ਮੱਥਾ ਟੇਕਤਾ। ਤੇ ਗੁਰੂ ਅਮਰਦਾਸ ਜੀ ਕਹਿੰਦੇ ਹੰਡਾਲ ਬੜੇ ਅਨੋਖੇ ਤਰੀਕੇ ਨਾਲ ਮੱਥਾ ਟੇਕਿਆ। ਕਹਿੰਦੇ ਮਹਾਰਾਜ ਜੇ ਤੁਸੀਂ ਲੰਘ ਜਾਂਦੇ ਤੇ ਮੇਰੇ ਮਨ ਦੀ ਭਾਵਨਾ ਰਹਿ ਜਾਣੀ ਸੀ, ਤੁਹਾਨੂੰ ਮੱਥਾ ਨਹੀਂ ਸੀ ਟੇਕ ਹੋਣਾ। ਮਹਾਰਾਜ ਨੇ ਹੇਠੋਂ ਚੱਕਿਆ ਤੇ ਸੀਨੇ ਨਾਲ ਲਿਆ। ਇਹਦੇ ਪਰਿਵਾਰ ਦੇ ਵਿੱਚੋਂ ਹੋਇਆ ਭਗਤ ਨਿਰੰਜਨੀਆ, ਨਾ ਉਹਦਾ ਹਰਭਗਤ ਨਿਰੰਜਨੀਆ। ਮੈਂ ਬੇਨਤੀ ਕਰਾਂ, ਦੁੱਧ ਤੇ ਪੁੱਤ ਫਟਣ ਲੱਗਿਆ ਸਮਾਂ ਨਹੀਂ ਉਹ ਲੱਗਦਾ, ਦੁੱਧ ਤੇ ਪੁੱਤ ਫੁੱਟਣ ਲੱਗਿਆ ਸਮਾਂ ਨਹੀਂ ਲੱਗਦਾ। ਇਹ ਹਰਭਗਤ ਨਿਰੰਜਨੀਆ ਬਾਬੇ ਹੰਡਾਲ ਦੇ ਪਰਿਵਾਰ ਦੇ ਵਿੱਚੋਂ ਸੀ। ਤੇ ਉੱਥੇ ਫਿਰ ਕਵੀ ਲਿਖਦਾ, ਕਹਿੰਦਾ ਜਿਹੜਾ ਹਰਭਗਤ ਨਿਰੰਜਨੀਆ ਨਾ, ਉਹਨੇ ਫਿਰ ਜਾ ਕੇ ਜਿਹੜੀ ਸੀ ਨਾ ਉਹ ਸਾਰੀ ਗੱਲ ਜਿਹੜੀ ਹੈ ਉਹਨੂੰ ਦੱਸੀ ਹੈ ਕਿ ਇਹ ਕੌਣ ਹੈ। ਇਹ ਮਾਝੇ ਪਿੰਡ ਦਾ ਰਹਿਣ ਵਾਲਾ, ਮਾਝੇ ਇਲਾਕੇ ਦਾ ਰਹਿਣ ਵਾਲਾ, ਪੂਲੇ ਪਿੰਡ ਦਾ ਰਹਿਣ ਵਾਲਾ ਵੈ। ਤੇ ਪੂਲੇ ਪਿੰਡ ਦਾ ਰਹਿਣ ਵਾਲਾ ਇਹ ਕਹਿੰਦਾ ਖੇਤੀ ਕਰਦਾ, ਤੇ ਖੇਤੀ ਦੇ ਨਾਲ ਨਾਲ ਕਹਿੰਦਾ ਜੋ ਇਹਨੂੰ ਕਹਿੰਦਾ ਬਚਦਾ ਉਹਦੇ ਵਿੱਚੋਂ ਕਹਿੰਦਾ ਇਹ ਭੋਜਨ ਪਕਾਉਂਦਾ, ਸਿਰ ਤੇ ਰੱਖਦਾ, ਤੇ ਸ਼ਾਮ ਨੂੰ ਜੰਗਲਾਂ ਦੇ ਵਿੱਚ ਜਾ ਕੇ ਸਿੰਘਾਂ ਨੂੰ ਜਿਹੜਾ ਦੇ ਕੇ ਆਉਂਦਾ। ਹਰਭਗਤ ਨਿਰੰਜਨੀਆ ਯੋ ਫਿਰ ਕਹੀ, ਪੂਲੇ ਪਿੰਡ ਇੱਕ ਮਾਝੇ ਇਹੀ, ਤਾਰੂ ਸਿੰਘ ਵਹਿ ਖੇਤੀ ਕਰੇ, ਸਾਥ ਪਿੰਡ ਵਹਿ ਹਾਲਾ ਭਰੇ, ਹੈ ਉਸਕੇ ਘਰ ਇੱਕ ਭੈਣ ਔਰ ਮਾਈ, ਪੀਸ ਕੂਟ ਕਰ ਕਰੇ ਕਮਾਈ। ਪੀਸ ਕੂਟ ਕਰ, ਉਹ ਜਿਹੜੀ ਉਹਦੀ ਮਾਂ ਤੇ ਉਹਦੀ ਭੈਣ ਹੈ ਨਾ, ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਦਿਹਾੜੀ ਕਰਦੇ। ਸਾਧ ਸੰਗਤ ਜੀ, ਜਿਨ੍ਹਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਜਾਗ ਜਾਂਦਾ ਨਾ, ਫਿਰ ਉਹ ਆਪਣਾ ਸਾਰਾ ਕੁਝ ਜਿਹੜਾ ਉਹ ਸਿੱਖੀ ਦੇ ਵਾਸਤੇ ਨਿਸ਼ਾਵਰ ਕਰ ਦਿੰਦੇ ਆ। ਜਿਨ੍ਹਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਜਾਗ ਜਾਂਦਾ, ਤੇ ਉਹ ਕਹਿ ਰਿਹਾ ਪੀਸ ਕੂਟ ਵੈ ਕਰੇ ਕਮਾਈ, ਆਪ ਖਾਏ ਵੈ ਰੂਖੀ ਮਿੱਸੀ। ਆਪ ਖਾਏ ਵੈ ਮੇਰੇ ਖਿਆਲ 'ਚ ਅਰਥ ਕਰਨ ਦੀ ਲੋੜ ਨਹੀਂ ਪਵੇਗੀ। ਆਪ ਖਾਏ ਵੈ, ਹਾਂ ਜਿੱਥੇ ਤੁਹਾਨੂੰ ਲੱਗੇ ਤੁਸੀਂ ਉੱਠ ਕੇ ਪੁੱਛ ਲਿਓ। ਆਪ ਖਾਏ ਵੈ ਰੂਖੀ ਮਿੱਸੀ, ਮੋਟਾ ਪਹਿਰ ਆਪ ਪਾਉਂਦੇ ਆ ਖੱਦਰ। ਤੇ ਜਿਹੜਾ ਕੱਪੜਾ ਜੋ ਕਮਾਈ ਹੈ ਉਹ ਚੋਂ ਕੱਪੜਾ ਜਾਂ ਗਰਮ ਕੱਪੜੇ ਉਹ ਸਿੰਘਾਂ ਨੂੰ ਜਿਹੜੇ ਆ ਉਹ ਜੰਗਲਾਂ ਦੇ ਵਿੱਚ ਪਹੁੰਚਾਉਂਦੇ। ਮੋਟਾ ਪਹਿਰ ਆਪ ਰਹਿ ਲਿੱਸੀ, ਜੋ ਬਚੇ ਸੋ ਸਿੰਘਣ ਦੇਵੇ। ਜੋ ਕੁਝ ਵੀ ਬਚਦਾ ਵੈ ਉਹ ਸਿੰਘਾਂ ਦੇ ਕੋਲ ਪਹੁੰਚਾਉਂਦੇ ਹਨ। ਓਏ ਬਿਨ ਸਿੰਘਨ ਔਰ ਨਾ ਸੇਵੇ, ਆਹ ਗੱਲ ਦਾ ਖਿਆਲ ਕਰਿਓ। ਅੱਜ ਅਸੀਂ ਥਾਂ ਥਾਂ ਤੇ ਲੰਗਰ ਉਹਨਾਂ ਨੂੰ ਖਵਾ ਦਿੱਤਾ ਜਿਨ੍ਹਾਂ ਨੇ 1984 ਦੇ ਵਿੱਚ ਸਾਡੇ ਗਲਾਂ 'ਚ ਟਾਇਰ ਪਾਏ ਸੀਗੇ, ਤੇ ਮਾਫ ਕਰਨਾ ਤਿਆਰ ਉਹ ਹੁਣ ਫੇਰ ਬੈਠੇ ਆ, ਮੌਕਾ ਨਹੀਂ ਮਿਲਦਾ ਪਿਆ। ਓਏ ਬਿਨ ਸਿੰਘਨ ਔਰ ਨਾ ਸੇਵੇ, ਉਹ ਸਿੱਖਾਂ ਤੋਂ ਬਗੈਰ ਹੋਰ ਕਿਸੇ ਨੂੰ ਜਿਹੜਾ ਉਹ ਸੇਵਾ ਨਹੀਂ ਕਰਦੇ। ਬਾਂਗ ਸਲਾਤ ਸੁਣ ਮੂੰਦੇ ਕਾਨ, ਆ ਸਿੱਖ ਦਾ ਜਜ਼ਬਾ ਜੀ, ਆ ਸਿੱਖੀ ਹੈ। ਬਾਂਗ ਸਲਾਤ, ਜਦੋਂ ਕਿਤੇ ਨਮਾਜ਼ ਕੋਈ ਪੜ੍ਹਦਾ ਉਹਦੀ ਆਵਾਜ਼ ਜਦੋਂ ਆਉਂਦੀ ਹੈ ਤੇ ਆਪਣੇ ਕੰਨਾਂ ਨੂੰ ਬੰਦ ਕਰ ਲੈਂਦਾ, ਕਿਉਂਕਿ ਸਿੱਖ ਦੇ ਕੰਨਾਂ ਦੇ ਵਿੱਚ ਗੁਰੂ ਦੇ ਸ਼ਬਦ ਤੋਂ ਬਗੈਰ ਹੋਰ ਕੁਛ ਨਹੀਂ ਪੈਣਾ ਚਾਹੀਦਾ। ਸਿੱਖ ਦੇ ਕੰਨਾਂ ਦੇ ਵਿੱਚ ਗੁਰੂ ਦੇ ਸ਼ਬਦ ਤੋਂ ਬਗੈਰ ਹੋਰ ਕੁਛ ਨਹੀਂ ਪੈਣਾ ਚਾਹੀਦਾ। ਰੋਟ ਸ਼ੀਰਨੀ ਪੀਰ ਨਾ ਖਾਣ, ਇਹਨਾਂ ਤੇ ਰੋਟ ਨਹੀਂ ਚੜਾਉਂਦੇ, ਇਹਨਾਂ ਤੇ ਨਹੀਂ ਜਾਂਦੇ ਜਿਹੜੀਆਂ ਇਹਨਾਂ ਦੀਆਂ ਮਜ਼ਾਰਾਂ।
ਸ਼ਬਦ ਚੌਂਕੀ ਗੁਰ ਆਪਣੇ ਕੀ ਕਰੇ, ਆਪਣੇ ਗੁਰੂ ਦੇ ਸ਼ਬਦ ਦੀ ਚੌਂਕੀ ਕਰਦੇ ਆ। ਚੌਂਕੀ ਤੋਂ ਭਾਵ ਜਿਸ ਤਰ੍ਹਾਂ ਭਾਈ ਸਾਹਿਬ ਜੀ ਕੀਰਤਨ ਕਰਕੇ ਗਏ ਆ, ਇਹਨਾਂ ਨੇ ਨਿਰੋਲ ਤੇ ਨਿਰੋਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਰਤਨ ਕੀਤਾ। ਗੰਗਾ ਜਮਨਾ ਨਿਕਟ ਨਾ ਜਾਵੇ, ਗੰਗਾ ਤੇ ਜਮਨਾ ਨੂੰ ਇਹ ਨਹੀਂ ਉਹ ਮੰਨਦੇ। ਆਪਣੇ ਗੁਰ ਕੀ ਛਪੜੀ ਨਾਵੇ, ਛਪੜੀ ਦਾ ਮਤਲਬ ਸਰੋਵਰ, ਆਪਣੇ ਗੁਰੂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ। ਜਗਨਨਾਥ ਕੋ ਟੁੰਡਾ ਆਖੇ, ਇਹ ਵੈਸੇ ਨਾ ਬੜੀ ਲੰਬੀ ਸਟੋਰੀ ਆ। ਸ਼੍ਰੀ ਕ੍ਰਿਸ਼ਨ ਜੀ ਨੂੰ ਕਿਹਾ ਗਿਆ ਜਗਨਨਾਥ, ਇੱਕ ਤੇ ਫੇਰ ਆਪਾਂ ਲਵਾਂਗੇ ਜਗਨਨਾਥ ਕੋ ਟੁੰਡਾ ਆਖੇ। ਫਿਰ ਅੱਗੇ ਕਹਿੰਦੇ ਰਾਮ ਕ੍ਰਿਸ਼ਨ ਕੋ ਜਾਪ ਨਾ ਭਾਖੇ, ਰਾਮ ਤੇ ਕ੍ਰਿਸ਼ਨ ਦਾ ਇਹ ਜਾਪ ਨਹੀਂ ਕਰਦੇ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਨਾ ਗਨੇਸੇ ਪ੍ਰਥਮ ਮਨਾਊ। ਠੀਕ ਹੈ, ਮੈਂ ਨਾ ਗਨੇਸੇ ਪ੍ਰਥਮ ਮਨਾਊ। ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਨਹੀਂ ਕਹਿੰਦੇ ਮੰਨਦਾ, ਕਹਿੰਦੇ ਰਾਮ ਕ੍ਰਿਸ਼ਨ ਕੋ ਜਾਪ ਨਾ ਭਾਖੇ। ਫਿਰ ਅੱਗੇ ਕੀ ਕਰਦੇ ਆ, ਰਾਤ ਤੁਰੇ ਦਿਨ ਬਹਿ ਰਹੇ, ਤੁਰਕਨ ਆਂਖ ਬਚਾਏ, ਤੁਰਕਾਂ ਤੋਂ ਅੱਖ ਬਚਾ ਕੇ ਦਿਨੇ ਆਰਾਮ ਕਰਦੇ ਆ, ਰਾਤ ਨੂੰ ਚੁੱਲ੍ਹੇ ਬਾਲਦੇ ਸ਼ਾਮ ਨੂੰ, ਔਰ ਰੋਟੀਆਂ ਤੇ ਲੰਗਰ ਪਕਾ ਕੇ ਜਿਹੜੇ ਸਿੰਘਾਂ ਨੂੰ ਜਿਹੜੇ ਦੇ ਕੇ ਆਉਂਦੀ ਆ। ਸਿਰ ਪਰ ਪੰਡ ਉਠਾਏ ਕੇ ਸਿੰਘਨ ਪਰ ਪਹੁੰਚਾਏ, ਸਿਰਾਂ ਦੇ ਉੱਪਰ ਜਿਹੜੀ ਪੰਡ ਹੈ ਉਹ ਚੱਕ ਕੇ ਲੈ ਕੇ ਜਾਂਦੀ ਹੈ। ਔਰ ਸਿੰਘਾਂ ਦੇ ਕੋਲ ਮੈਂ ਇੱਥੇ ਬੇਨਤੀ ਕਰਾਂ, ਇਹ ਸਿੰਘ ਉਹ ਨਹੀਂ ਸੀਗੇ ਜਿਹੜੇ ਲੁਟੇਰੇ ਆ ਜਾਂ ਜਿਨ੍ਹਾਂ ਨੇ ਕਿਸੇ ਦੇ ਘਰ ਲੁੱਟਿਆ। ਇਹ ਸਿੰਘ ਉਹ ਸਨ ਜਿਹੜੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਾਸਤੇ ਲੜਦੇ ਪਏ ਆ। ਇਹ ਸਿੰਘ ਉਹ ਸਨ ਜਿਹੜੇ ਪੰਜਾਬ ਦੀ ਆਜ਼ਾਦੀ ਦੇ ਵਾਸਤੇ ਲੜਦੇ ਪਏ ਸਨ। ਇਹ ਸਿੰਘ ਉਹ ਸਨ ਜਿਨ੍ਹਾਂ ਦੇ ਅੰਦਰ ਤਹਈਆ ਸੀ। ਜੇ ਗੁਰੂ ਨਾਨਕ ਨੇ ਪਹਿਲੇ ਜਾਮੇ ਦੇ ਵਿੱਚ ਬਾਬਰ ਨੂੰ ਜਾਬਰ ਕਿਹਾ, ਤੇ ਗੁਰੂ ਨਾਨਕ ਨੇ ਕਿਹਾ ਜੰਮ ਕਾ, ਮਹਾਰਾਜ ਨੇ ਕਿਹਾ ਤੂੰ ਜਮਾ ਦੀ ਜਿਹੜੀ ਆਪਣੇ ਬਰਾਤ ਹੈ ਉਹ ਲੈ ਕੇ ਆਇਆ, ਜੰਮ ਕਰ ਮੁਗਲ ਚੜਾਇਆ। ਇਹ ਉਹ ਸਨ ਕਿ ਜਿਨ੍ਹਾਂ ਨੂੰ ਪਤਾ ਸੀ ਇਹਨਾਂ ਨੂੰ ਪੰਜਾਬ ਤੋਂ ਹਿੰਦੁਸਤਾਨ ਤੋਂ ਬਾਹਰ ਕੀਤਾ ਜਾਵੇ, ਕਿਉਂਕਿ ਗੁਰੂ ਨਾਨਕ ਦਾ ਫਲਸਫਾ ਹੀ ਇਹ ਸੀਗਾ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਇਹ ਜਿਹੜੇ ਸੀ ਇਹ ਚੜ ਕੇ ਆਉਂਦੇ ਸੀਗੇ ਪੰਜਾਬ ਦੀ ਹਿੰਦੁਸਤਾਨ ਦੀ ਧਰਤੀ ਤੇ। ਅੱਗੋਂ ਫਿਰ ਭਾਈ ਤਾਰੂ ਸਿੰਘ ਦੇ ਬਾਰੇ ਲਿਖਦੇ, ਤਾਰੂ ਸਿੰਘ ਨੇ ਇਮ ਕਹੀ ਸਿੱਖਣ ਕੋ ਸਮਝਾਏ। ਉਹ ਫਿਰ ਜਿਹੜੇ ਸੀ ਨਾ ਉਹ ਪੰਜਾਬ, ਉਹ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ। ਜਦੋਂ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਤੇ ਉੱਥੇ ਉਹਨਾਂ ਦੀ ਮਾਂ ਤੇ ਉਹਨਾਂ ਦੀ ਭੈਣ ਜਿਹੜੀ ਸੀ ਉਹ ਦਾਲ ਬਣਾ ਰਹੀ ਸੀ ਤੇ ਰੋਟੀਆਂ ਪਕਾ ਰਹੀ ਸੀ, ਤੇ ਤਾਰੂ ਸਿੰਘ ਜਿਹੜਾ ਸੀਗਾ ਉਹ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀਗਾ। ਜਦੋਂ ਕੰਮ ਕਰ ਰਿਹਾ ਸੀਗਾ ਤੇ ਘਰ ਆ ਕੇ ਉਹਨਾਂ ਨੇ ਕਿਹਾ, ਜਿਹੜੇ 20-25 ਸਿਪਾਹੀ ਆਏ, ਉਹਨਾਂ ਨੇ ਆ ਕੇ ਕਿਹਾ ਵੀ ਅਸੀਂ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਆਏ ਹਾਂ। ਤੇ ਮਾਂ ਨੇ ਪਤਾ ਅੱਗੋਂ ਕੀ ਕਿਹਾ, ਕਹਿੰਦੇ ਪੁੱਤ ਤੁਸੀਂ ਜਿਸ ਵੀ ਕਾਰਜ ਆਏ ਹੋ ਉਹਦੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ, ਪਹਿਲਾਂ ਤੁਸੀਂ ਗੁਰੂ ਨਾਨਕ ਦੇ ਲੰਗਰ ਛਕੋ। ਤੁਸੀਂ ਦੱਸੋ ਤੁਹਾਨੂੰ ਭੁੱਖ ਲੱਗੀ ਹੈ, ਤੁਸੀਂ ਕੀ ਛਕਣਾ ਤੇ ਕੀ ਪੀਣਾ। ਕਹਿੰਦੇ ਮਾਈ ਅਸੀਂ ਤੇ ਤੇਰੇ ਮੁੰਡੇ ਨੂੰ ਗ੍ਰਿਫਤਾਰ ਕਰਨ ਆਏ ਆ, ਨਾਲ ਤੇਰੀ ਬੱਚੀ ਨੂੰ ਵੀ ਗ੍ਰਿਫਤਾਰ ਕਰਨ ਆਏ ਆ। ਬੱਚੀ ਨੂੰ, ਭੈਣ ਨੂੰ ਵੀ ਉਹਨਾਂ ਨੇ ਕਿਹਾ ਸੀ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉੱਥੇ ਫਿਰ ਉਹਨਾਂ ਨੇ ਕਿਹਾ, ਕਹਿੰਦਾ ਤੇਰਾ ਕੀ ਪਤਾ ਕਿ ਇਸ ਲੰਗਰ ਦੇ ਵਿੱਚ ਤੂੰ ਸਾਨੂੰ ਜ਼ਹਿਰ ਮਿਲਾ ਕੇ ਦੇ ਦਵੇਂ। ਉਹ ਕਹਿੰਦੀ ਭਲਿਓ ਇਹ ਗੁਰੂ ਨਾਨਕ ਦਾ ਲੰਗਰ ਹੈ, ਇਹ ਤਾਂ ਤੁਹਾਡੇ ਅੰਦਰ ਦੇ ਜ਼ਹਿਰ ਨੂੰ ਕੱਟੇਗਾ। ਮੈਂ ਤੁਹਾਨੂੰ ਇਹਦੇ ਵਿੱਚ ਜ਼ਹਿਰ ਪਾ ਕੇ ਕੀ ਦੇਣਾ, ਇਹ ਤਾਂ ਗੁਰੂ ਨਾਨਕ ਦਾ ਲੰਗਰ ਹੈ। ਜਦੋਂ ਇਹਦੇ ਵਿੱਚ ਸਿੱਖ ਅਰਦਾਸ ਕਰਦਾ, ਜਦੋਂ ਇਹਦੇ ਵਿੱਚ ਸਿੱਖ ਸ੍ਰੀ ਸਾਹਿਬ ਫੇਰਦਾ, ਇਹ ਸ੍ਰੀ ਸਾਹਿਬ ਫੇਰਨ ਦਾ ਮਤਲਬ ਹੀ ਇਹ ਹੈ ਕਿ ਇਹ ਜਿਹਦੇ ਵੀ ਅੰਦਰ ਜਾਵੇ ਉਹਦੇ ਅੰਦਰ ਗੁਰੂ ਦੀ ਬਖਸ਼ਿਸ਼ ਵਰਤੇ। ਉਹਦੇ ਅੰਦਰ ਦੇ ਮੈਂ ਇੱਕ ਬੇਨਤੀ ਕਰਦਾ ਹੁੰਨਾ, ਅਸੀਂ ਨਾ ਇੱਕ ਬਚਨ ਪੜ੍ਹਦੇ ਹਾਂ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਆਹ, ਜਦ ਕਿ ਇਹਦਾ ਲਿੰਕ, ਇਹਦਾ ਸੰਬੰਧ ਨਹੀਂ ਹੈਗਾ ਲੰਗਰ ਦੇ ਨਾਲ ਕੋਈ। ਤੇ ਮੈਂ ਪੁੱਛਿਆ ਕਿਸੇ ਵਿਦਵਾਨ ਨੂੰ ਵੀ ਇਹਦਾ ਮਤਲਬ ਕੀ ਹੈ, ਕਹਿੰਦੇ ਇਹਦਾ ਮਤਲਬ ਇਹ ਹੈ, ਅਰਦਾਸ ਕਰਿਆ ਕਰ ਸਿੱਖਾ ਲੰਗਰ ਛਕਣ ਤੋਂ ਬਾਅਦ ਪਰਮਾਤਮਾ ਇਹ ਜਿਹੜਾ ਲੰਗਰ ਛਕਿਆ ਇਹਦੇ ਨਾਲ ਸਤ ਸੰਤੋਖ ਦਇਆ ਧੀਰਜ ਇਹ ਮੇਰੇ ਅੰਦਰ ਪੈਦਾ ਹੋਣ। ਇਹ ਜਿਹੜੇ ਕਾਮ ਤੇ ਕ੍ਰੋਧ ਹੈ ਇਹ ਮੇਰੇ ਅੰਦਰ ਨਾ ਪੈਦਾ ਹੋਣ। ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹਮੇਵ, ਕਿਉਂਕਿ ਜੋ ਕੁਛ ਵੀ ਪੈਦਾ ਹੋ ਰਿਹਾ ਸਾਡੇ ਲੰਗਰ ਤੋਂ, ਜੋ ਅਸੀਂ ਖਾਂਦੇ ਆ ਉਹਦੇ ਤੋਂ ਪੈਦਾ ਹੋ ਰਿਹਾ।
ਕਹਿੰਦੇ ਇਹ ਅਰਦਾਸ ਕਰਿਆ ਕਰ ਕਿ ਕਾਮ ਕ੍ਰੋਧ ਲੋਭ ਤੇ ਮੋਹ ਜਿਹੜੇ ਹੈ ਉਹ ਜਿਹੜਾ ਲੰਗਰ ਛਕਿਆ ਇਹਨਾਂ ਤੋਂ ਇਹ ਨਾ ਪੈਦਾ ਹੋਣ, ਇਹਨਾਂ ਤੋਂ ਦੈਵੀ ਗੁਣ ਪੈਦਾ ਹੋਣ, ਨਾ ਕਿ ਵਿਕਾਰੀ ਗੁਣ ਪੈਦਾ ਹੋਣ। ਤੇ ਉੱਥੇ ਫਿਰ ਨਾ ਇਹਨਾਂ ਨੂੰ ਜਦੋਂ ਗ੍ਰਿਫਤਾਰ ਕਰਕੇ ਲੈ ਗਏ ਤੇ ਰਸਤੇ ਵਿੱਚ ਪਿੰਡ ਆਉਂਦਾ ਹੈ ਪੜਾਣਾ ਪਿੰਡ। ਪੜਾਣੇ ਪਿੰਡ ਜਾ ਕੇ ਉਹਨਾਂ ਨੇ ਜਿਹੜੇ ਅਹਿਦੀਅਨ ਆਏ ਸੀ 20-25 ਸਿਪਾਹੀ ਆਏ ਸੀਗੇ, ਉਹਨਾਂ ਨੇ ਜਾ ਕੇ ਉੱਥੇ ਆਰਾਮ ਕੀਤਾ, ਰਾਤ ਰੁਕੇ ਆ। ਤੇ ਉੱਥੇ ਆਸੇ-ਪਾਸੇ ਦੇ ਸਿੰਘਾਂ ਨੂੰ ਪਤਾ ਲੱਗ ਗਿਆ। ਜਦੋਂ ਆਸੇ-ਪਾਸੇ ਦੇ ਸਿੰਘਾਂ ਨੂੰ ਪਤਾ ਲੱਗ ਗਿਆ, ਸਾਰੇ ਉੱਥੇ ਇਕੱਠੇ ਹੋਏ ਤਾਰੂ ਸਿੰਘ ਨੂੰ ਮਿਲੇ। ਕਹਿੰਦੇ ਤਾਰੂ ਸਿਆਂ ਤੂੰ ਇੱਕ ਵਾਰ ਹੁਕਮ ਕਰ, ਅਸੀਂ ਹਜ਼ਾਰਾਂ ਦੇ ਵਿੱਚ ਹਾਂ, ਇਹ 20-25 ਹੈ, ਅਸੀਂ ਇਹਨਾਂ ਨੂੰ ਕਹਿੰਦੇ ਇੱਥੇ ਹੀ ਕਹਿੰਦੇ ਮਾਰ ਦਿੰਨੇ ਆ। ਕਹਿੰਦਾ ਨਹੀਂ, ਮੈਂ ਕਹਿੰਦਾ ਸ਼ਹਾਦਤ ਦਾ ਜਾਮ ਪੀਣ ਵਾਸਤੇ ਜਾ ਰਿਹਾ। ਤੇ ਜਿਹੜੀ ਸ਼ਹਾਦਤ ਹੈ ਨਾ ਸਾਧ ਸੰਗਤ ਜੀ, ਇਬਾਦਤ ਤੋਂ ਬਗੈਰ ਨਹੀਂ ਮਿਲਦੀ। ਇਬਾਦਤ ਜਿਹੜਾ ਉਹ ਸਿੱਖੀ ਦੀ ਨੀਂਹ ਹੈ ਤੇ ਸ਼ਹਾਦਤ ਜਿਹੜਾ ਉਹ ਸਿੱਖੀ ਦਾ ਕਲਸ ਹੈ। ਸਿੱਖੀ ਦੀ ਜਿਹੜੀ ਆਖਰੀ ਹੈ ਉਹ ਇੱਕ ਸ਼ਹਾਦਤ ਹੈ। ਇਬਾਦਤ ਕਹਿੰਦੇ ਇਬਾਦਤ ਤੋਂ ਬਗੈਰ ਸ਼ਹਾਦਤ ਨਹੀਂ ਮਿਲਦੀ। ਇਬਾਦਤ ਸਿੱਖੀ ਦੀ ਨੀਂਹ ਹੈ ਤੇ ਸ਼ਹਾਦਤ ਜਿਹੜਾ ਸਿੱਖੀ ਦਾ ਕਲਸ ਹੈ। ਤੁਸੀਂ ਇਹਨੂੰ ਕੁਛ ਨਹੀਂ ਕਹਿਣਾ। ਫਿਰ ਉਹਨਾਂ ਸਿੰਘਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਆਪਾਂ ਕਿਉਂ ਨਾ ਕਮ ਸੇ ਕਮ ਤਾਰੂ ਸਿੰਘ ਦੀ ਭੈਣ ਨੂੰ ਛਡਾ ਲਈਏ। ਫਿਰ ਉਹਨਾਂ ਨੇ ਜ਼ੋਰ ਪਾਇਆ, ਕੁਛ ਪੈਸੇ ਇਕੱਠੇ ਕੀਤੇ, ਉਹਨਾਂ ਨੂੰ ਮਨਾਇਆ ਤੇ ਉੱਥੋਂ ਉਹਨਾਂ ਨੇ ਜਿਹੜੇ ਤਾਰੂ ਸਿੰਘ ਦੀ ਜਿਹੜੀ ਭੈਣ ਸੀਗੀ ਉਹਨਾਂ ਨੂੰ ਛਡਾ ਲਿਆ। ਉਹ ਜਿਹੜੇ ਅਹਿਦੀਅਨ ਸੀਗੇ ਉਹ ਲੈ ਕਰਕੇ ਤਾਰੂ ਸਿੰਘ ਨੂੰ ਜਿਹੜੇ ਸੀਗੇ ਉਹ ਜਿਹੜੇ ਲਾਹੌਰ ਦੀ ਧਰਤੀ ਤੇ ਪਹੁੰਚੇ। ਉੱਥੇ ਫਿਰ ਭਾਈ ਸਾਹਿਬ ਜੀ ਲਿਖਦੇ, ਤਾਰੂ ਸਿੰਘ ਨੇ ਇਮ ਕਹੀ ਸਿੱਖਣ ਕੋ ਸਮਝਾਏ। ਇਹ ਜਿਹੜਾ ਪੜਾਣੇ ਪਿੰਡ ਦੀ ਸਾਰੀ ਘਟਨਾ ਜਦੋਂ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਹਨਾਂ ਨੂੰ ਮਾਰ ਦਈਏ, ਜੋ ਬੀਤੀ ਸਿਰ ਸਿੰਘ ਕੇ ਸੋ ਅਬ ਕਹੋਂ ਪ੍ਰਗਟਾਏ। ਜੋ ਵੀ ਕਹਿੰਦੇ ਸਿੰਘ ਦੇ ਉੱਪਰ ਬੀਤੀ ਆ ਉਹ ਮੈਂ ਤੁਹਾਨੂੰ ਕਹਿੰਦੇ ਦੱਸਦਾ, ਕਵੀ ਕਹਿ ਰਿਹਾ। ਫਿਰ ਤਾਰੂ ਸਿੰਘ ਲੈ ਤੁਰੇ ਪ੍ਰਾਤ ਲਾਹੌਰੇ ਦਾਏ। ਲਾਹੌਰ ਦੇ ਵੱਲ ਨੂੰ ਜਿਹੜੇ ਸੀਗੇ ਤਾਰੂ ਸਿੰਘ ਨੂੰ ਲੈ ਕੇ ਚਲੇ। ਬੀਬੀ ਛੁਡਾਈ ਸਿੱਖਣ ਨੇ ਅਹਿਦੀਅਨ ਦਰਬ ਦਵਾਏ। ਅਹਿਦੀਅਨ ਦਰਬ ਉਹ ਜਿਹੜੇ ਸਿਪਾਹੀ ਸੀ ਉਹਨਾਂ ਨੂੰ ਕੁਝ ਪੈਸੇ ਦਿੱਤੇ ਤੇ ਉਹਨਾਂ ਨੇ ਜਿਹੜੀ ਬੱਚੀ ਸੀਗੀ ਉਹ ਉਹਨਾਂ ਨੇ ਛਡਾ ਲਈ। ਫਿਰ ਸਤ ਸੰਗਤ ਸਭ ਹੱਥ ਜੋੜੇ। ਸੰਗਤ ਨੇ ਹੱਥ ਜੋੜ ਕੇ ਕੀ ਕੀਤਾ? ਹੱਥ ਜੋੜ ਕੇ ਸੰਗਤ ਨੇ ਅਰਦਾਸ ਕੀਤੀ ਭਾਈ ਤਾਰੂ ਸਿੰਘ ਦੇ ਵਾਸਤੇ। ਅਰਦਾਸ ਕੀ ਕੀਤੀ ਕਿ ਤੇਰਾ ਸਿਦਕ ਨਿਭੇ ਔਰ ਤੇਰੀ ਸਿੱਖੀ ਜਿਹੜੀ ਹੈ ਉਹ ਕੇਸਾਂ ਤੇ ਸੁਆਸਾਂ ਦੇ ਨਾਲ ਨਿਭੇ। ਇਹ ਉੱਥੇ ਫਿਰ ਜਿਹੜੀ ਸੀਗੀ ਸਿੰਘਾਂ ਨੇ ਅਰਦਾਸ ਕੀਤੀ। ਉੱਥੋਂ ਫਿਰ ਜਿਹੜੇ ਸੀਗੇ ਅਹਿਦੀਅਨ ਉਹ ਲੈ ਕੇ ਤੇ ਭਾਈ ਤਾਰੂ ਸਿੰਘ ਨੂੰ ਜਿਹੜੇ ਸੀਗੇ ਉਹ ਉਹਨਾਂ ਨੂੰ ਲਾਹੌਰ ਵਿੱਚ ਲੈ ਕੇ ਆ ਗਏ। ਜਦੋਂ ਲਾਹੌਰ ਲੈ ਕੇ ਆ ਗਏ ਉਹਨਾਂ ਨੇ ਜੇਲ੍ਹ ਵਿੱਚ ਰੱਖਿਆ। ਸਾਧ ਸੰਗਤ ਜੀ, ਜੇਲ੍ਹ ਵਿੱਚ ਜਦੋਂ ਬੰਦ ਕੀਤਾ ਉਹਨਾਂ ਨੂੰ ਬੰਦ ਕੀਤਾ ਤੇ ਉਹਨਾਂ ਨੂੰ ਜਿਹੜੇ ਸੀਗੇ ਤਕਲੀਫ, ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ। ਜਿੱਦਾਂ ਕਵੀ ਲਿਖਦਾ ਵੀ ਤਾਰੂ ਸਿੰਘ ਨੂੰ ਤੰਗ ਕਰ ਰਹੇ ਹੈ, ਉਹਨਾਂ ਦੇ ਸਰੀਰ ਨੂੰ ਕਸ਼ਟ ਦੇ ਰਹੇ ਹੈ, ਉਸੇ ਤਰ੍ਹਾਂ ਤਾਰੂ ਸਿੰਘ ਦਾ ਜਿਹੜਾ ਚਿਹਰਾ ਨਾ ਉਹ ਲਾਲ ਹੋ ਰਿਹਾ, ਜਿਹਨੂੰ ਬਾਣੀ ਕਹਿੰਦੀ ਹੈ ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੀ ਨਹਿ ਲਾਗੇ ਦਾਗਾ। ਤੇ ਮੈਂ ਇੱਕ ਥਾਂ ਤੇ ਬੇਨਤੀ ਕੀਤੀ ਸੀ, ਲਾਲ ਰੰਗ ਪੂਰਨ ਪੁਰਖ ਵਿਧਾਤਾ, ਪਰਿਪੂਰਨ ਪਰਮਾਤਮਾ ਦਾ ਰੰਗ ਜਿਹੜਾ ਗੁਰਮਤਿ ਦੇ ਵਿੱਚ ਨਾ ਉਹ ਲਾਲ ਮੰਨਿਆ ਗਿਆ। ਔਰ ਹੋਰ ਅੱਗੇ ਵਿਦਵਾਨਾਂ ਨੇ ਅਰਥ ਕੀਤੇ, ਲਾਲ ਰੰਗ ਜਿਹੜਾ ਉਹ ਮਿਲਾਪ ਦਾ ਰੰਗ ਹੈ। ਜਿਹੜਾ ਲਾਲ ਰੰਗ ਹੈ ਨਾ ਉਹ ਮਿਲਾਪ ਦਾ ਰੰਗ ਹੈ। ਔਰ ਇਸੇ ਲਈ ਤੁਸੀਂ ਆਪਾਂ ਨੂੰ ਪਤਾ, ਜਿਹੜੇ ਬਜ਼ੁਰਗ ਬੈਠੇ ਆ ਹੁਣ ਤੇ ਸਾਡੇ ਬੱਚਿਆਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਜਦੋਂ ਬੱਚੀ ਦਾ ਪੁਰਾਤਨ ਸਮੇਂ ਦੇ ਵਿੱਚ ਆਨੰਦ ਕਾਰਜ ਹੁੰਦਾ ਸੀ ਉਹਦਾ ਸਿਰਫ ਲਾਲ ਰੰਗ ਦਾ ਸੂਟ ਹੁੰਦਾ ਸੀ। ਹੁਣ ਤੇ ਸਮਾਂ ਹੀ ਹੋਰ ਬਦਲ ਗਿਆ, ਕਿਉਂਕਿ ਲਾਲ ਰੰਗ ਜਿਹੜਾ ਉਹ ਮਿਲਾਪ ਦਾ ਰੰਗ ਮੰਨਿਆ ਗਿਆ। ਜਿੰਨਾ ਉਹਨੂੰ ਤੰਗ ਕਰ ਰਹੇ ਆ, ਉਹਦੇ ਸਰੀਰ ਨੂੰ ਕਸ਼ਟ ਦੇ ਰਹੇ ਆ, ਉਹਦੇ ਹਾਲਾਤ ਬਣੇ ਚੜੇ ਚੁਵਗਣ ਵਨ। ਉਹਦੇ ਹਾਲਾਤ ਬਣ ਰਹੇ ਆ, ਜਾਕੂ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੇ ਜਾਕਾ ਸਤਗੁਰ ਪੂਰਾ। ਜਾਕੋ ਹਰ ਰੰਗ ਲਾਗੋ ਇਸ ਯੁਗ में सो कहियत है
ਸੂਰਾ ਉਹਦੇ ਨਾਮ ਦੇ ਵਿੱਚ ਉਹ ਰਤਿਆ ਜਾ ਰਿਹਾ। ਰੰਗ ਜਿਹੜਾ ਨਾਮ ਦਾ ਜਿਹੜਾ ਰੰਗ ਹੈ ਉਹ ਉਹਨੂੰ ਹੋਰ ਜਿਹੜਾ ਚੜ ਰਿਹਾ। ਤੇ ਉਸ ਤੋਂ ਬਾਅਦ ਫਿਰ ਉਹਨੂੰ ਅਗਲੀ ਸਵੇਰ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਦੋਂ ਜ਼ਕਰੀਆ ਖਾਨ ਦੇ ਸਾਹਮਣੇ ਉਹਨੂੰ ਪੇਸ਼ ਕੀਤਾ ਗਿਆ ਨਾ, ਤੇ ਜ਼ਕਰੀਆ ਖਾਨ ਦੇ ਸਾਹਮਣੇ ਹੁਣ ਸਿੰਘ ਨੇ ਜਾ ਕੇ ਕੀ ਕੀਤੀ? ਸਿੰਘ ਨੇ ਜਾ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇੱਥੇ ਮੈਂ ਥੋੜਾ ਜਿਹਾ ਰੁਕਣਾ ਚਾਹਾਂਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮਾਂ ਦਾ ਬਹੁਤ ਸਤਿਕਾਰ ਕੀਤਾ ਗਿਆ। ਮਾਂ ਨੂੰ ਬਹੁਤ ਪਿਆਰ ਕੀਤਾ ਗਿਆ, ਔਰਤ ਜਾਤ ਨੂੰ ਕਹਿ ਲਈਏ ਆਪਾਂ। ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਅਸੀਂ ਪੜ੍ਹਦੇ ਹਾਂ, ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾ। ਕਲੀਅਰ ਹੈ ਨਾ। ਇੱਥੇ ਫਿਰ ਮਹਾਰਾਜ ਨੇ ਜੇ ਮਾਂ ਦਾ ਸਤਿਕਾਰ ਕੀਤਾ ਗਿਆ ਨਾ, ਧਨ ਜਨੇਂਦੀ ਮਾਓ ਆਏ ਸਫਲ ਸੇ, ਇਹ ਵੀ ਮਾਂ ਦਾ ਸਤਿਕਾਰ ਕੀਤਾ ਗਿਆ। ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਨੂੰ, ਮਾਂ ਨੂੰ ਥੋੜੀ ਜੀ ਝਿੜਕ ਵੀ ਮਾਰੀ ਗਈ। ਤੇ ਮੈਂ ਬੇਨਤੀ ਕਰਦਾ ਹੁੰਨਾ, ਜਿਹਨੂੰ ਜ਼ਿਆਦਾ ਪਿਆਰ ਕਰੀਏ ਨਾ, ਝਿੜਕ ਵੀ ਜਿਹੜੀ ਆ ਉਹਨੂੰ ਵੱਜਦੀ। ਜਿਨ ਹਰ ਹਿਰਦੇ ਨਾਮ ਨਾ ਬਸਿਓ, ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿਨ ਮਾਤ ਕੀਜੇ ਹਰ ਬਾਂਝਾ। ਇਹ ਮਾਂ ਨੂੰ ਕਿਹਾ ਗੁਰੂ ਰਾਮਦਾਸ ਜੀ ਮਹਾਰਾਜ ਨੇ। ਤੇ ਬਾਬਾ ਕਬੀਰ ਜੀ ਤੇ ਥੋੜਾ ਜਿਹਾ ਨਾ ਹੋਰ ਅੱਗੇ ਵੱਧ ਕੇ ਕਠੋਰ ਸ਼ਬਦ ਬੋਲਦੇ ਆ। ਜਿਹ ਕੁਲ ਪੂਤ ਗਿਆਨ ਨਾ ਵਿਚਾਰੀ, ਜਿਸ ਖਾਨਦਾਨ ਦੇ ਵਿੱਚ, ਮੇਰੀ ਉਹ ਧੀਓ ਗੁੱਸਾ ਨਾ ਕਰਿਓ, ਬਾਬਾ ਕਬੀਰ ਜੀ ਦੇ ਬਚਨ ਹੈ, ਮੇਰੇ ਬਚਨ ਨਹੀਂ ਹੈਗੇ। ਜਿਹ ਕੁਲ ਪੂਤ ਗਿਆਨ ਨਾ ਵਿਚਾਰੀ, ਜਿਸ ਮਾਂ ਨੇ ਆਪਣੇ ਖਾਨਦਾਨ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਗੁਰੂ ਦੇ ਗਿਆਨ ਦੀ ਗੱਲ ਨਹੀਂ ਕੀਤੀ, ਵਿਧਵਾ ਕਸ ਨਾ ਭਈ ਮਹਤਾਰੀ। ਵਿਧਵਾ ਦੇ ਹੁਣ ਮੈਂ ਅਰਥ ਪਰਦੇ ਵਿੱਚ ਕਰਦੇ ਆ, ਉਹਨੂੰ ਬੱਚਾ ਜੰਮਣ ਦਾ ਕੋਈ ਅਧਿਕਾਰ ਨਹੀਂ। ਵੈਸੇ ਅਰਥ ਇਹਦੇ ਕੁਝ ਹੋਰ ਹੈਗੇ ਆ। ਵਿਧਵਾ ਕਸ ਨਾ ਭਈ, ਉਹਦੇ ਅਰਥ ਹੈ ਕਿ ਉਹ ਮਾਂ ਰੰਡੀ ਕਿਉਂ ਨਾ ਹੋਵੇ। ਬਾਬਾ ਕਬੀਰ ਜੀ ਦੇ ਬਚਨ ਹੈ, ਵਿਧਵਾ ਕਸ ਨਾ ਭਈ ਮਹਤਾਰੀ। ਜੇ ਕੁਲ ਪੂਤ ਗਿਆਨ ਨਾ, ਇਹ ਮਾਂ ਹੀ ਹੈ ਜੀ। ਇਹ ਮਾਂ ਹੀ ਉਹ ਹੈ ਜਿਹੜੇ ਆਪਣੇ ਬੱਚੇ ਨੂੰ, ਭਾਈ ਤਾਰੂ ਸਿੰਘ ਨੂੰ ਬਚਪਨ ਦੇ ਵਿੱਚ ਸੀਨੇ ਨਾਲ ਲਾ ਕੇ ਉਹਨੂੰ ਬਾਣੀ ਪੜ੍ਹਦੀ ਤੇ ਅਸੀਸ ਦਿੰਦੀ ਸੀ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ, ਜਗਦੀਸ਼ ਸਤਿਗੁਰ ਤੁਮਕੋ ਹੋਏ ਦਇਆਲਾ। ਅੱਜ ਮਾਂ ਦੀਆਂ ਅਸੀਸਾਂ ਪੂਰੀਆਂ ਹੋ ਰਹੀਆਂ। ਸਤਿਗੁਰ ਤੁਮਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਇਹ ਮਾਂ ਹੀ ਕਹਿੰਦੀ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ ਕਬਹਿ ਨਾ ਵਿਆਪੇ। ਮੈਂ ਆਮ ਤੌਰ ਤੇ ਕਹਿੰਦਾ ਹੁੰਨਾ, ਇਹ ਸ਼ਬਦ ਹਰ ਮਾਂ ਦਾ ਫਰਜ਼ ਹੈ। ਜਦੋਂ ਅੰਮ੍ਰਿਤ ਵੇਲੇ ਬੱਚਾ ਉੱਠਦਾ ਨਾ, ਉਸ ਜਿਸ ਕਮਰੇ ਵਿੱਚ ਬੱਚਾ ਸੁੱਤਾ ਹੋਇਆ, ਉਸ ਕਮਰੇ ਦੇ ਵਿੱਚ ਲੈਮੀਨੇਟ ਕਰਕੇ ਲਗਾ ਲਓ। ਅਸੀਂ ਹੋਰ ਵੀ ਪਤਾ ਨਹੀਂ ਕੀ ਕੁਛ ਲਗਾਇਆ ਹੋਇਆ ਆਪਣੇ ਘਰਾਂ ਦੇ ਵਿੱਚ। ਇਹ ਸ਼ਬਦ ਬੱਚੇ ਦੇ ਉੱਠਣ ਤੋਂ ਪਹਿਲਾਂ ਜਦੋਂ ਮਾਂ ਉਠਾਲਦੀ ਹੈ, ਉਹਦੇ ਕੰਨਾਂ ਦੇ ਵਿੱਚ ਇਹ ਅਸੀਸ ਜਿਹੜੀ ਹੈ ਮਾਂ ਦਵੇ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ ਕਬਹਿ ਨਾ ਵਿਆਪੇ, ਕਬਹਿ ਨਾ ਵਿਆਪੇ ਚਿੰਤਾ। ਇਹ ਮਾਂ ਦਾ ਫਰਜ਼ ਹੈ ਬੱਚੇ ਨੂੰ ਅਸ਼ੀਰਵਾਦ ਦੇਣਾ। ਮੈਂ ਬੇਨਤੀ ਕਰ ਰਿਹਾ ਸੀਗਾ ਕਿ ਭਾਈ ਤਾਰੂ ਸਿੰਘ ਜੀ ਨੂੰ ਕਚਹਿਰੀਆਂ ਦੇ ਵਿੱਚ ਪੇਸ਼ ਕੀਤਾ ਗਿਆ, ਤੇ ਕਚਹਿਰੀਆਂ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਨੇ ਨਵਾਬ ਨੂੰ, ਜ਼ਕਰੀਆ ਖਾਨ ਨੂੰ, ਜ਼ਕਰੀਆ ਖਾਨ ਚਾਹੁੰਦਾ ਹੋਊਗਾ ਮੈਨੂੰ ਕਹੂਗਾ ਅਸਲਾਮ ਅਲੈਕਮ, ਤੇ ਮੈਂ ਕਹੂੰਗਾ ਵਾਲੇਕਮ ਸਲਾਮ, ਤੇ ਇਹਨੇ ਤੇ ਕੰਮ ਹੀ ਉਲਟਾ ਕਰਤਾ। ਇਹਨੇ ਤੇ ਬੁਲਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ। ਮੈਂ ਪਿਛਲੀ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ, ਸਾਡਾ ਜਿਹੜਾ ਇਹ ਬਚਨ ਹੈ, ਇਹ ਜਦੋਂ ਸਿੰਘ ਇੱਕ ਦੂਸਰੇ ਨੂੰ ਮਿਲਦਾ, ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ, ਇਹ ਸਾਨੂੰ ਹੁਕਮ ਹੈ। ਤੇ ਅਸੀਂ ਇੱਕ ਨਿੱਕਾ ਜਿਹਾ ਬਸ ਸਤਿ ਸ੍ਰੀ ਅਕਾਲ ਕਹਿ ਕੇ ਫਟਾਫਟ ਅਸੀਂ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ੍ਰੀ ਅਕਾਲ ਸਾਡਾ ਜੈਕਾਰਾ ਵੈ, ਸਾਡਾ ਜੈਕਾਰਾ ਵੈ।
ਜਦੋਂ ਦੋ ਸਿੰਘਾਂ ਦੀ, ਦੋ ਸਿੱਖਾਂ ਦੀ, ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਜਦੋਂ ਉਹਨਾਂ ਦੀ ਮਿਲਣੀ ਹੋਣੀ ਹੈ ਨਾ ਆਪਸ ਦੇ ਵਿੱਚ, ਜਦੋਂ ਉਹਨਾਂ ਦਾ ਆਮੋ ਸਾਹਮਣਾ ਹੋਣਾ, ਤੇ ਉਹਨਾਂ ਨੇ ਫਤਿਹ ਦੇ ਨਾਲ ਜਿਹੜੀ ਆ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ, ਤੇ ਭਾਈ ਤਾਰੂ ਸਿੰਘ ਜੀ ਨੇ ਜਦੋਂ ਫਤਿਹ ਬੁਲਾਈ ਤੇ ਉਹ ਜਿਹੜਾ ਜ਼ਕਰੀਆ ਖਾਂ ਸੀ ਨਾ, ਉਹਦੇ ਬੁੱਲਾਂ ਤੇ ਜਿਹੜੀ ਸੀਗੀ ਸਿੱਕੜੀ ਜੰਮ ਗਈ, ਉਹ ਸਿੱਕੜੀ ਜੰਮ ਗਈ। ਕਹਿੰਦਾ ਇਹ ਕੌਣ ਹੈ, ਕਹਿੰਦਾ ਜਿਹੜਾ ਮੇਰੀ ਕਚਹਿਰੀ ਦੇ ਵਿੱਚ ਕਹਿੰਦਾ ਜਿਹੜਾ ਫਤਿਹ ਬੁਲਾ ਰਿਹਾ, ਔਰ ਬਿਲਕੁਲ ਕਹਿੰਦਾ ਇਹਨੂੰ ਡਰ ਕੋਈ ਨਹੀਂ ਹੈਗਾ, ਕਹਿੰਦਾ ਇਹ ਨਿਰਭਉ ਹੈ। ਫਿਰ ਤਾਰੂ ਸਿੰਘ ਨੇ ਉੱਥੇ ਬੁਲਾਇਆ ਅਕਾਲ ਅਕਾਲ ਅਕਾਲ, 3 ਵਾਰ ਉਹਨੇ ਕਿਹਾ ਅਕਾਲ ਅਕਾਲ ਅਕਾਲ। ਤੇ ਉੱਥੇ ਫਿਰ ਜਿਹੜਾ ਜ਼ਕਰੀਆ ਖਾਂ ਸੀ ਨਾ, ਉਹ ਜ਼ਕਰੀਆ ਖਾਂ ਨੇ ਬੜੇ ਲਾਲਚ ਦਿੱਤੇ, ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ। ਜ਼ਕਰੀਆ ਖਾਂ ਨੂੰ ਤਾਰੂ ਸਿੰਘ ਕਹਿੰਦਾ ਮੈਨੂੰ ਇੱਕ ਗੱਲ ਦੱਸ ਭੜੂਏ, ਤੇਰੀ ਮੈਂ ਜ਼ਮੀਨ ਵਾਹੁੰਨਾ, ਇਹ ਗੱਲ ਕਲੀਅਰ ਹੈ, ਠੀਕ ਹੈ, ਜ਼ਮੀਨ ਮੈਂ ਤੇਰੀ ਵਾਹੁੰਨਾ, ਕੋਈ ਗੱਲ ਨਹੀਂ, ਪਰ ਮੈਂ ਤੇਰੀ ਜ਼ਮੀਨ ਵਾਹ ਕੇ ਵਿੱਚੋਂ ਤੈਨੂੰ ਮੈਂ ਟੈਕਸ ਦੇ ਰਿਹਾ, ਦੱਸ ਮੈਂ ਤੇਰਾ ਕਹਿੰਦੇ ਕੀ ਗਵਾਇਆ। ਮੈਂ ਇੱਥੇ ਬੇਨਤੀ ਕਰਾਂ, ਇਹ ਮਿੰਨਤਾਂ ਨਹੀਂ ਪਾ ਰਿਹਾ, ਇੱਕ ਰਾਜੇ ਨੂੰ ਇਹ ਗੱਲ ਪੁੱਛਣੀ ਉਹਦੇ ਸਾਹਮਣੇ, ਇਹ ਵੀ ਸਾਧ ਸੰਗਤ ਜੀ ਅੰਦਰ ਦੀ ਜੁਰਤ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ ਤੇ ਗੱਲ ਪੁੱਛੀ ਜਾਂਦੀ ਹੈ, ਵਰਨਾ ਹੱਥ ਜੋੜ ਕੇ ਕਹਿੰਦੇ ਮਾਲਕਾ ਜੋ ਤੂੰ ਕਰਨਾ ਕਰ ਲੈ। ਇਹੋ ਹੀ ਸਾਡੇ ਹਾਲਾਤ ਨਾ, ਇਹ ਵੀ ਅੰਦਰ ਦੀ ਜੁਰਤ ਹੋਵੇ। ਕਹਿੰਦੇ ਤੇਰੀ ਮੈਂ ਜ਼ਮੀਨ ਵਾਹੁੰਨਾ, ਮੈਂ ਕਹਿੰਦੇ ਖੇਤੀ ਕਰਦਾ, ਉਹਦਾ ਮੈਂ ਟੈਕਸ ਕਹਿੰਦੇ ਮੈਂ ਤੈਨੂੰ ਪ੍ਰੋਪਰ ਜਿਹੜਾ ਸਮੇਂ ਸਿਰ ਦੇ ਰਿਹਾ, ਤੇ ਜੋ ਕੁਝ ਮੈਨੂੰ ਬਚਦਾ ਉਹਦੇ ਬਚੇ ਚੋਂ ਕਹਿੰਦੇ ਮੈਂ ਅੱਧਾ ਰੱਖ ਕੇ ਆਪ ਖਾਨਾ ਤੇ ਬਾਕੀ ਮੈਂ ਸਿੰਘਾਂ ਨੂੰ ਪਹੁੰਚਾਉਣਾ, ਦੱਸ ਤੈਨੂੰ ਕਹਿੰਦਾ ਕੀ ਤਕਲੀਫ। ਉੱਥੇ ਫਿਰ ਜ਼ਕਰੀਆ ਖਾਂ ਜਿਹੜਾ ਨਾ, ਉਹ ਪਤਾ ਕੀ ਕਹਿੰਦਾ, ਕਹਿੰਦਾ ਤੂੰ ਸਾਰੀਆਂ ਗੱਲਾਂ ਛੱਡ, ਮੈਨੂੰ ਤੇਰੇ ਬਾਰੇ ਸਾਰਾ ਕੁਝ ਪਤਾ, ਕਹਿੰਦਾ ਬਸ ਤੂੰ ਇੱਕ ਕੰਮ ਕਰ, ਜੇ ਤੂੰ ਕਰ ਸਕਦਾ। ਇੱਥੋਂ ਤੱਕ ਜ਼ਕਰੀਆ ਨੇ ਕਿਹਾ ਧਨ ਦੀ ਗੱਲ, ਭੂਮ ਦੀ ਗੱਲ ਛੱਡੋ, ਕਹਿੰਦਾ ਮੈਂ ਤੈਨੂੰ ਪਠਾਣੀ ਦੇ ਦੇਣਾ, ਕਹਿੰਦਾ ਤੇ ਤੂੰ ਮੇਰਾ ਕਹਿੰਦਾ ਧਰਮ ਦੇ ਵਿੱਚ ਆ ਜਾ, ਮੇਰਾ ਦੀਨ। ਕਹਿੰਦਾ ਦੇਖੋ ਉਹ ਲੋਕਾਂ ਨੇ ਆਪਣੇ ਧਰਮ ਦੇ ਵਾਸਤੇ ਕੀ ਕੁਛ ਉਹਨਾਂ ਨੇ ਨਿਸ਼ਾਵਰ ਕੀਤਾ, ਕਹਿੰਦੇ ਮੈਂ ਆਪਣੀ ਬੱਚੀ ਦੇ ਦਿੰਨਾ। ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਅਸੀਂ ਇਹ ਕੰਮ ਨਹੀਂ ਕਰਨੇ, ਪਰ ਅਸੀਂ ਕਮ ਸੇ ਕਮ ਆਪਣੇ ਧਰਮ ਦੇ ਵਾਸਤੇ ਆਪਣਾ ਸਮਾਂ ਤਾਂ ਦਈਏ, ਆਪਣਾ ਹਿਰਦਾ ਤਾਂ ਦਈਏ, ਆਪਣਾ ਦਸਵੰਧ ਤਾਂ ਦਈਏ। ਉਹ ਇੱਕ ਬੱਚੀ ਦੇਣ ਦੀ ਗੱਲ ਕਰ ਰਿਹਾ ਕਿ ਤੂੰ ਮੇਰੇ ਧਰਮ 'ਚ ਆ ਜਾ। ਔਰ ਤਾਰੂ ਸਿੰਘ ਦੀ ਉਮਰ ਕਿੰਨੀ ਹੈ? 25 ਕੁ ਸਾਲ ਦੀ ਉਮਰ ਹੈ ਤਕਰੀਬਨ, ਕਿਉਂਕਿ 1720 ਦਾ ਉਹਦਾ ਜਨਮ ਜੋ ਇਤਿਹਾਸਕਾਰ ਲਿਖਦੇ, 1745 ਵਿੱਚ ਸ਼ਹਾਦਤ। ਸਾਧ ਸੰਗਤ ਜੀ ਅੱਜ ਜਿਹੜਾ ਦਿਨ ਹੈ ਸ਼ਹਾਦਤ ਵਾਲਾ ਵੈ, ਜਦੋਂ ਵੀ ਸਾਉਣ ਦੇ ਮਹੀਨੇ ਦੀ ਸਕਰਾਂਤ ਹੋਵੇਗੀ, ਭਾਈ ਤਾਰੂ ਸਿੰਘ ਦੀ ਸ਼ਹਾਦਤ ਵਾਲਾ ਦਿਨ ਹੈ। ਲੇਕਿਨ ਖੋਪਰੀ ਤਾਂ ਉਹਦੀ 20 ਦਿਨ ਪਹਿਲਾਂ ਉਤਰ ਚੁੱਕੀ ਹੈ, ਜੋ ਭਾਈ ਰਤਨ ਸਿੰਘ ਜੀ ਲਿਖਦੇ ਆ। ਫਿਰ ਉਹਨਾਂ ਨੇ ਕਿਹਾ, ਕਹਿੰਦਾ ਮੈਂ ਤੇਰੇ ਕੇਸ ਕਹਿੰਦਾ ਵੱਢ ਦਿਆਂਗਾ, ਮੈਂ ਤੇਰੇ ਕੇਸਾਂ ਦੇ ਵਿੱਚ ਕਹਿੰਦਾ ਜੁੱਤੀਆਂ ਮਾਰਾਂਗਾ। ਤੇ ਉੱਥੇ ਫਿਰ ਭਾਈ ਤਾਰੂ ਸਿੰਘ ਨੇ ਕਿਹਾ, ਤੂੰ ਮੇਰੇ ਕੇਸਾਂ ਦੇ ਵਿੱਚ ਜੁੱਤੀਆਂ ਤੇ ਕੀ ਮਾਰਨੀਆਂ, ਇਹੋ ਜੁੱਤੀ ਦੇ ਅੱਗੇ, ਨੋਕ ਦੇ ਅੱਗੇ ਲਾ ਕੇ ਮੈਂ ਤੈਨੂੰ ਲੈ ਕੇ ਜਾਵਾਂਗਾ, ਜਿਹਨੂੰ ਬਾਣੀ ਕਹਿੰਦੀ ਹੈ। ਔਰ ਹੋਇਆ ਵੀ ਏਦਾਂ, ਸਾਧ ਬਚਨ ਅਟ ਲਾਧਾ, ਪ੍ਰਭ ਜੀ ਬਸੇ ਸਾਧ ਕੀ ਰਸਨਾ। ਜੋ ਫਿਰ ਸਾਧ ਮੁਖ ਤੋਂ ਬੋਲਦਾ ਨਾ, ਜਿਹੜਾ ਸੰਤ ਹੈ, ਜਿਹੜੀ ਰੱਤੀ ਰੂਹ ਹੈ, ਸਾਧ ਸੰਗਤ ਜੀ ਉਹਨੂੰ ਤੇ ਫਿਰ ਮਾਫ ਕਰਨਾ, ਜਿਹੜੀ ਗੱਲ ਕਹਿਣ ਲੱਗਾ ਉਹਨੂੰ ਤੇ ਫਿਰ ਪਰਮਾਤਮਾ ਵੀ ਨਹੀਂ ਮੋੜਦਾ। ਕਹਿੰਦਾ ਮੇਰੇ ਭਗਤ ਦੀ ਗੱਲ ਹੈ, ਕਹਿੰਦਾ ਮੇਰੇ ਸੰਤ ਦੀ ਗੱਲ ਹੈ, ਕਹਿੰਦਾ ਮੇਰੇ ਸਾਧ ਦੀ ਗੱਲ ਹੈ, ਕਹਿੰਦਾ ਮੇਰੇ ਗੁਰਸਿੱਖ ਦੀ ਗੱਲ ਹੈ, ਉਹਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਕਿੱਦਾਂ ਮੋੜ ਸਕਦੇ ਆ ਜੀ। ਸਾਧ ਬਚਨ ਅਟਲਾ ਦਾ ਹੋਇਆ ਵੀ ਏਦਾਂ। ਉਹ ਕਹਿੰਦਾ ਮੈਂ ਤੇਰੇ ਸਿਰ ਵਿੱਚ ਜੁੱਤੀਆਂ ਮਾਰਾਂਗਾ, ਤੇਰੇ ਵਾਲਾਂ ਦੇ ਵਿੱਚ। ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਤੂੰ ਮੇਰੇ ਸਿਰ ਵਿੱਚ ਜੁੱਤੀਆਂ ਦੇ ਬਾਅਦ ਦੀ ਗੱਲ ਹੈ, ਮੈਂ ਤੈਨੂੰ ਇਹਨਾਂ ਜੁੱਤੀਆਂ ਦੇ ਅੱਗੇ ਲਾ ਕੇ ਲੈ ਕੇ ਜਾਵਾਂਗਾ। ਉਹਨੇ ਫਿਰ ਸਾਧ ਸੰਗਤ ਜੀ ਨਾਈ ਬੁਲਾਏ, ਪਹਿਲਾਂ ਉਹਨੇ ਫਿਰ ਨਾਈ ਬੁਲਾਈ। ਜਦੋਂ ਨਾਈ ਆਏ, ਨਾਈ ਜਿਹੜੇ ਸੀਗੇ ਉਹ ਵਾਲ ਕੱਟਣ ਲੱਗੇ। ਜਦੋਂ ਵਾਲ ਕੱਟਣ ਲੱਗੇ ਤੇ ਰਤਨ ਸਿੰਘ ਭੰਗੂ ਨੇ ਜੋ ਲਿਖਿਆ ਮੈਂ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਰਤਨ ਸਿੰਘ ਭੰਗੂ ਲਿਖਦਾ,
ਉਹਨਾਂ ਨਾਈਆਂ ਦੀਆਂ ਅੱਖਾਂ ਅੰਨੀਆਂ ਹੋ ਗਈਆਂ। ਰਤਨ ਸਿੰਘ ਭੰਗੂ ਲਿਖਦਾ, ਉਹ ਜਿਹੜੇ ਕੇਸ ਸੀਗੇ ਉਹਨਾਂ ਨਾਈਆਂ ਦੇ ਕੋਲੋਂ ਨਹੀਂ ਕੱਟੇ ਗਏ। ਫਿਰ ਉਹ ਨਾਈਆਂ ਨੇ ਕਿਹਾ ਜਾ ਕੇ ਨਵਾਬ ਨੂੰ, ਕਹਿੰਦਾ ਇਹਦੇ ਵਿੱਚ ਕੋਈ ਜਾਦੂ ਹੈ, ਇਹਨੇ ਸਾਡੇ ਤੇ ਜਾਦੂ ਕੀਤਾ, ਸਾਨੂੰ ਤੇ ਦਿਖਦਾ ਹੀ ਕਹਿੰਦੇ ਕੁਛ ਨਹੀਂ। ਫਿਰ ਉਹ ਕਹਿੰਦਾ ਮੋਚੀ ਬੁਲਾਏ ਜਾਣ। ਫਿਰ ਮੋਚੀ ਬੁਲਾਏ। ਮੋਚੀ ਨੇ ਆਪਣੀ ਰੰਬੀ ਜਿਹੜੀ ਸੀ ਤਿੱਖੀ ਕੀਤੀ। ਰੰਬੀ ਤਿੱਖੀ ਕਰਕੇ ਉਹਨੇ ਇੱਥੋਂ ਗਿੱਚੀ ਤੋਂ ਲੈ ਕੇ ਕੰਨਾਂ ਤੱਕ ਦੋਨੋਂ ਪਾਸਿਓਂ ਜਿਹੜੀ ਭਾਈ ਤਾਰੂ ਸਿੰਘ ਦੀ ਖੋਪੜੀ ਸੀ ਨਾ, ਉਹ ਖੋਪੜੀ ਉਹਨੇ ਕੇਸਾਂ ਦੇ ਨਾਲ ਹੀ ਉਹਨੇ ਜਿਹੜੀ ਸੀਗੀ ਪੁੱਟ ਕੇ ਉਹਨੇ ਜਿਹੜੀ ਸੀ ਇੱਕ ਪਾਸੇ ਰੱਖ ਦਿੱਤੀ। ਭਾਈ ਤਾਰੂ ਸਿੰਘ ਜਪਜੀ ਸਾਹਿਬ ਦਾ ਪਾਠ ਕਰਦੇ ਆ। ਮੈਂ ਇੱਕ ਬੇਨਤੀ ਕਰਾਂ, ਸਾਡੇ ਇਤਿਹਾਸਕਾਰਾਂ ਨੇ ਲਿਖਿਆ ਬਾਬਾ ਬੁੱਢਾ ਸਾਹਿਬ ਦਾ ਆਖਰੀ ਸਮਾਂ ਤੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਦੋਂ ਆਖਰੀ ਸਮਾਂ ਸੀ, ਜਪਜੀ ਦਾ ਪਾਠ ਸਿੱਖ ਵਾਸਤੇ ਕਿੰਨਾ ਕੁ ਜ਼ਰੂਰੀ ਹੈ। ਬਾਬਾ ਬੁੱਢਾ ਜੀ ਦਾ ਆਖਰੀ ਸਮਾਂ ਜਪਜੀ ਸਾਹਿਬ ਦਾ ਪਾਠ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਜਪਜੀ ਸਾਹਿਬ ਦਾ ਪਾਠ, ਭਾਈ ਮਤੀ ਦਾਸ ਜੀ ਦੀ ਸ਼ਹਾਦਤ ਜਪਜੀ ਸਾਹਿਬ ਦਾ। ਭਾਈ ਮਤੀ ਦਾਸ ਦੇ ਬਾਰੇ ਥੋੜੀ ਜੀ ਸਾਂਝ ਪਾ ਲਈਏ। 2 ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਉਹ ਕਾਜੀ ਧਰਤੀਰ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਭੌਂਦਾ ਧਰਮ ਛੱਡਣਾ ਪਾਪ, ਟੁਕੜੇ ਇਸ ਸਰੀਰ ਦੇ ਘਰੇ ਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੱਡ ਸਾਂ ਤੇਰਾ ਦੀਨ ਨਹੀਂ ਹੈ ਲੋੜ, ਆਰਾ ਪਿਆਰਾ ਲੱਗਦਾ ਪਿਆਰਾ ਕਦੋਂ ਬਣਾਏ, ਸਿਰ ਜਾਵੇ ਤਾਂ ਜਾਏ ਮੇਰਾ, ਸਿਰ ਜਾਵੇ ਤਾਂ ਜਾਏ। ਇਤਿਹਾਸ ਲਿਖਦਾ ਜਦੋਂ ਸਰੀਰ 2 ਹਿੱਸਿਆਂ ਵਿੱਚ ਵੰਡਿਆ ਗਿਆ ਨਾ, ਤੇ ਉਹਦੇ ਚੋਂ ਆਵਾਜ਼ ਆ ਰਹੀ ਸੀ, ਜਿਨੀ ਨਾਮ ਧਿਆਇਆ ਗਏ ਮਸਕਤ, ਨਾਨਕ ਤੇ ਮੁਖ ਕੀਤੀ ਛੁੱਟੀ। ਮੰਨਦੇ ਹੋ ਕਿ ਸਰੀਰ ਵੱਢਿਆ ਜਾਵੇ, 2 ਟੁਕੜੇ ਹੋ ਜਾਣ ਤੇ ਵਿੱਚੋਂ ਬਾਣੀ ਦੀ ਆਵਾਜ਼ ਆਊਗੀ? ਮੰਨਦੇ ਜਾਂ ਨਹੀਂ ਮੰਨਦੇ? ਨਹੀਂ ਮੰਨਦੇ ਤੇ ਭਗਤ ਰਵਿਦਾਸ ਜੀ ਦਾ ਪ੍ਰਮਾਣ, ਮੀਨ ਪਕਰ ਫਾਕਿਓ ਔਰ ਕਾਟਿਓ ਰਾਂਧ ਕੀਓ ਬਹੁਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ। ਮੱਛੀ ਨੂੰ ਕੱਟਿਆ ਗਿਆ, ਫੜਿਆ ਗਿਆ, ਕੱਟਿਆ ਗਿਆ, ਕਈ ਤਰੀਕੇ ਨਾਲ ਬਣਾਇਆ ਗਿਆ। ਜਿਹਨੇ ਰਾਤ ਨੂੰ ਖਾਧੀ ਹੈ, ਪਹਿਲਾਂ ਰਾਤ ਉਦਾਂ ਹੀ ਸੌਂਦਾ, ਉਦੋਂ 2 ਵਜੇ ਉੱਠ ਕੇ ਪਾਣੀ ਮੰਗਦਾ, ਪਾਣੀ ਉਹ ਨਹੀਂ ਮੰਗਦਾ, ਪਾਣੀ ਜਿਹੜੀ ਅੰਦਰ ਮੱਛੀ ਗਈ ਆ ਉਹ ਮੰਗਦੀ ਪਈ। ਰਾਂਧ ਕੀਓ, ਮੀਨ ਪਕੜ ਫਾਕਿਓ ਔਰ ਕਾਟਿਓ ਰਾਂਧ ਕੀਓ ਬਹੁਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ। ਪਾਣੀ ਮੈਂ ਬੇਨਤੀ ਕਰ ਰਿਹਾ ਸੀ, ਜਪਜੀ ਸਾਹਿਬ, ਜਪਜੀ ਸਾਹਿਬ ਸਿੱਖ ਦੀ ਪਹਿਲੀ ਖੁਰਾਕ ਹੈ ਜੀ। ਹਰ ਸਿੱਖ ਨੂੰ ਜਪਜੀ ਸਾਹਿਬ ਉਹਦੀ ਜ਼ਬਾਨ ਦੇ ਉੱਪਰ ਕੰਠ ਹੋਣਾ ਚਾਹੀਦਾ। ਮੈਂ ਪਰਸੋਂ ਵੀ ਬੱਚਿਆਂ ਦੇ ਨਾਲ ਬੇਨਤੀ ਕਰ ਰਿਹਾ ਸੀ ਕੈਂਪ ਦੇ ਵਿੱਚ, ਅਗਰ ਸਾਨੂੰ ਜਪਜੀ ਸਾਹਿਬ ਕੰਠ ਨਹੀਂ ਨਾ ਹੋਇਆ ਤੇ ਮਾਫ ਕਰਨਾ, ਸਾਡਾ ਜਿਹੜਾ ਜੀਵਨ ਹੈ ਉਹ ਸਫਲ ਨਹੀਂ ਹੈ। ਪੁਰਾਤਨ ਜਿਹੜੇ ਗ੍ਰੰਥ ਸੀ, ਭਾਈ ਸਾਹਿਬ ਤਾਂ ਜਾਣਦੇ ਆ, ਉਸਤਾਦ ਜੀ ਮੇਰੇ ਸਾਹਮਣੇ ਬੈਠੇ ਆ, ਇਹਨਾਂ ਦੇ ਸਾਹਮਣੇ ਤੇ ਉਹ ਕੀ ਕਹਿੰਦੇ ਹੁੰਦੇ ਆ, ਬਾਣੀ ਪੜ੍ਹਨੀ ਵੀ ਇਦਾਂ ਹੀ ਆ ਜਿੱਦਾਂ ਉਹ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ, ਠੀਕ ਹੈ ਜੀ। ਕਿਉਂਕਿ ਬਹੁਤ ਘੱਟ ਰੂਹਾਂ ਹੈਗੀਆਂ ਜਿਨ੍ਹਾਂ ਨੇ ਬਾਣੀ ਦੀ ਪ੍ਰੋਪਰ ਤਰੀਕੇ ਦੇ ਨਾਲ ਖੋਜ ਕੀਤੀ। ਮੈਨੂੰ ਤਕਰੀਬਨ 1 ਹਫ਼ਤਾ ਹੋ ਗਿਆ ਭਾਈ ਸਾਹਿਬ ਦੇ ਨਾਲ, ਬੜਾ ਕੁਛ ਇਹਨਾਂ ਦੇ ਕੋਲੋਂ ਵੀ ਐਸੀ ਗੱਲ ਨਹੀਂ ਸਿੱਖਣ ਨੂੰ ਮਿਲਿਆ। ਤੇ ਮੈਂ ਕਹਿੰਦਾ, ਪਰਸੋਂ ਕਹਿ ਰਿਹਾ ਸੀ, ਉਸਤਾਦ ਉਸਤਾਦ ਹੀ ਹੁੰਦਾ ਵਾ, ਬੱਚਾ ਬੱਚਾ ਹੀ ਹੁੰਦਾ, ਕਿਉਂਕਿ ਅਸੀਂ ਬੱਚਿਆਂ ਨੂੰ ਨਹੀਂ ਪੜ੍ਹਾਉਣਾ, ਅਸੀਂ ਨਹੀਂ ਲਾਣੀਆਂ, ਇਹਨਾਂ ਨੇ ਉਸਤਾਦ ਉਸਤਾਦ ਹੁੰਦਾ, ਬੱਚਾ ਵਿਦਿਆਰਥੀ ਵਿਦਿਆਰਥੀ ਹੁੰਦਾ। ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀਗਾ, ਗੁਰੂ ਰਾਮਦਾਸ ਜੀ ਮਹਾਰਾਜ ਦੇ ਸਮੇਂ ਇਤਿਹਾਸ ਵਿੱਚ ਆਉਂਦਾ ਕਿ ਜਪਜੀ ਸਾਹਿਬ ਦਾ ਜਿਹੜਾ ਆਪਣਾ ਗੁਰੂ ਪੋਥੀ ਸੀ ਨਾ, ਪੋਥੀ ਦਾ ਜਿਹੜਾ ਤਤਕਰਾ ਸੀਗਾ, ਤਤਕਰੇ ਤੇ ਲਿਖਿਆ ਹੁੰਦਾ ਸੀ ਜਪ ਨਿਸ਼ਾਨ। ਜਪ ਨਿਸ਼ਾਨ ਦੇ ਅਰਥ ਹੈ ਸਾਧ ਸੰਗਤ ਜੀ, ਕੁਛ ਨਿਸ਼ਾਨ ਦੇ ਅਰਥ ਵਿਦਵਾਨਾਂ ਨੇ ਕੀਤੇ ਮੋਹਰ। ਜਿਸ ਲੈਟਰ ਪੈਡ ਤੇ ਮੋਹਰ ਲੱਗੇ ਉਹ ਸਰਕਾਰੇ ਤੇ ਦਰਬਾਰੇ ਚੱਲਦਾ, ਹਨਾ। ਤੁਸੀਂ ਲੈਟਰ ਪੈਡ ਮੇਰੇ ਕੋਲ ਵੀ ਹੈਗੇ ਆ, ਜਿੰਨੇ ਮਰਜ਼ੀ ਚੋਰੀ ਕਰ ਲਓ, ਜਿੰਦਰੇ ਮੇਰੀ ਮੋਹਰ ਨਹੀਂ ਲੱਗਦੀ ਉਹਦੀ ਕੋਈ ਕੀਮਤ ਨਹੀਂ। ਇਸੇ ਤਰ੍ਹਾਂ ਆ ਜਿਹੜਾ ਸਾਡਾ ਸਰੀਰ ਹੈ, ਇਹ ਕਾਗਜ਼ ਦਾ ਟੁਕੜਾ, ਇਹ ਇੱਕ ਲੈਟਰ ਪੈਡ ਹੈ। ਇਹਦੇ ਉੱਪਰ ਜਦੋਂ ਜਪਜੀ ਦੀ ਮੋਹਰ ਲੱਗੇਗੀ, ਇਹ ਪਰਮਾਤਮਾ ਦੇ ਘਰ ਦੇ ਵਿੱਚ ਕਬੂਲ ਹੋਵੇਗੀ। ਦੂਸਰਾ,
ਨਿਸ਼ਾਨ ਦੇ ਅਖਰੀ ਅਰਥ ਕੀਤੇ ਆ ਰਾਹਦਾਰੀ। ਅਸੀਂ ਇੱਕ ਸਟੇਟ ਚੋਂ, ਚਲੋ ਪੰਜਾਬ ਦੀ ਗੱਲ ਕਰਦਾ, ਜਦੋਂ ਇੱਕ ਸਟੇਟ ਚੋਂ ਦੂਜੀ ਸਟੇਟ ਜਾਂਦੇ ਆ ਤੇ ਅਸੀਂ ਉੱਥੇ ਚੁੰਗੀ ਕਟਾਉਂਦੇ ਆ। ਤੇ ਜਦੋਂ ਸਿੱਖਾ ਤੂੰ ਲੋਕ ਨੂੰ ਛੱਡ ਕੇ ਪਰਲੋਕ ਜਾਣਾ ਤੇ ਰਸਤੇ ਦੇ ਵਿੱਚ ਉਹ ਚੁੰਗੀ ਲੈਣ ਵਾਲੇ ਬੈਠੇ ਆ, ਉਹਨਾਂ ਨੇ ਦੇਖਣਾ। ਫਿਰ ਜਦੋਂ ਤੂੰ ਕਹਿਣਾ ਨਾ ਕਿ ਮੇਰੇ ਕੋਲ ਜਪਜੀ ਹੈ, ਤੇ ਕਹਿਣਾ ਜਾ ਤੂੰ ਚਲਾ ਜਾ, ਤੈਨੂੰ ਫਿਰ ਚੁੰਗੀ ਨਹੀਂ, ਫਿਰ ਤੂੰ ਖੁੱਲਾ ਹੋ ਕੇ ਜਿਹੜਾ ਪਰਲੋਕ ਦੇ ਵਿੱਚ ਘੁੰਮ, ਤੈਨੂੰ ਕੋਈ ਨਹੀਂ ਰੋਕੇਗਾ। ਜਪਜੀ ਨਿਸ਼ਾਨ ਦੇ ਇਹ ਅਰਥ ਕੀਤੇ, ਦੋ ਅਰਥ ਕੀਤੇ ਮੈਂ ਤੁਹਾਡੇ ਸਾਹਮਣੇ ਕੀਤੇ। ਇੱਕ ਦਾ ਅਖਰੀ ਅਰਥ ਹੈ ਮੋਹਰ ਤੇ ਦੂਸਰੇ ਦਾ ਅਖਰੀ ਅਰਥ ਹੈ ਰਸਤੇ ਦੀ ਜਿਹੜੀ ਮਹਿਸੂਲ ਚੁੰਗੀ ਹੈ। ਤੁਸੀਂ ਵੀ ਜਾਣਦੇ ਆ ਫਰਾਂਸ ਤੋਂ ਕਿਸੇ ਹੋਰ ਕੰਟਰੀ ਤੇ ਉਹ ਦੇ ਕੇ ਜਾਂਦੇ ਹੋਣੇ ਆ ਟੈਕਸ ਜਾਂ ਕੁਛ ਇਸ ਤਰ੍ਹਾਂ ਦਾ, ਤੇ ਉਹ ਚੀਜ਼ ਹੈਗੀ ਹੈ। ਜੇਕਰ ਸਾਡੇ ਕੋਲ ਜਪਜੀ ਦਾ ਟੈਕਸ ਹੈ, ਜਪਜੀ ਸਾਡੇ ਕੋਲ ਹੈ, ਫਿਰ ਸਾਨੂੰ ਪਰਲੋਕ ਦੇ ਵਿੱਚ ਕੋਈ ਨਹੀਂ ਪੁੱਛੇਗਾ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀਗਾ, ਭਾਈ ਮਤੀ ਦਾਸ, ਗੁਰੂ ਤੇਗ ਬਹਾਦਰ, ਭਾਈ ਮਨੀ ਸਿੰਘ, ਇਹ ਸਾਰਿਆਂ ਨੇ ਜਿਹੜਾ ਸੀਗਾ ਜਪਜੀ ਸਾਹਿਬ ਦੀ ਬਾਣੀ, ਜਦੋਂ ਇਹਨਾਂ ਦੀ ਸ਼ਹਾਦਤ, ਮੈਂ ਬੇਨਤੀ ਕਰ ਰਿਹਾ ਸੀਗਾ, ਜਦੋਂ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਗਈ ਹੈ ਨਾ, ਤੇ ਤਾਰੂ ਸਿੰਘ ਨੂੰ ਕੋਈ ਅਸਰ ਨਹੀਂ ਹੈ ਜੀ, ਕੋਈ ਦੁੱਖ ਨਹੀਂ ਹੈ। ਬਾਣੀ ਕਹਿੰਦੀ ਹੈ, ਭਾਈ ਸਾਹਿਬ ਨੇ ਪ੍ਰਮਾਣ ਲਿਆ, ਅਚਰਜ ਕਥਾ ਮਹਾ ਅਨੂਪ। ਅਚਰਜ ਕਥਾ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਾਇਦ ਬਿਲਾਵਲ ਰਾਗ ਹੈ ਜੇ ਮੈਂ ਵਿਸਰਾ ਨਾ ਤੀ। ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਜਦੋਂ ਤੇਰੀ ਆਤਮਾ ਉਸ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਗਈ, ਜਿਹਨੂੰ ਰੋਜ਼ ਪੜ੍ਹਦੇ ਹੋ, ਨਿਜ ਘਰ ਮਹਿਲ ਪਾਵੋ ਸੁਖ ਨਿਜ ਘਰ। ਸੁਣਿਓ ਧਿਆਨ ਨਾਲ, ਨਿਜ ਘਰ। ਘਰ ਛੋਟਾ ਹੁੰਦਾ, ਮਹਲ ਵੱਡਾ ਹੁੰਦਾ। ਨਿਜ ਘਰ ਮਹਿਲ, ਮਹਿਲ ਹਮੇਸ਼ਾ ਵੱਡਾ ਹੁੰਦਾ, ਘਰ ਛੋਟਾ ਹੁੰਦਾ। ਆਤਮਾ ਛੋਟੀ ਹੈ, ਪਰਮਾਤਮਾ ਵੱਡਾ। ਜਦੋਂ ਇਹ ਆਤਮਾ ਉਸ ਪਰਮਾਤਮਾ ਨਾਲ ਇੱਕਮਿਕ ਹੋ ਗਈ, ਨਿਜ ਘਰ ਮਹਿਲ ਪਵੋ ਸੁਖ ਸਹਿਜੇ ਬਹੁਰ ਨਾ ਹੋਏਗੋ ਫੇਰਾ। ਇਹਦੇ ਵਿੱਚ ਪੰਕਤੀ ਹੁੰਦੀ ਹੈ, ਮਹਾਰਾਜ ਕਹਿੰਦੇ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਫਿਰ ਮਹਾਰਾਜ ਕਹਿੰਦੇ ਨਾ ਇਸ ਬੂਢਾ, ਨਾ ਇਸ ਬਾਲਾ, ਨਾ ਇਸ ਦੂਕ ਨਹੀਂ ਜਮਜਾਲਾ। ਫਿਰ ਇਹਨੂੰ ਕੋਈ ਦੁੱਖ ਨਹੀਂ ਲੱਗਦਾ, ਨਾ ਇਹਨੂੰ ਜਮਾ ਦਾ ਡਰ ਲੱਗਦਾ। ਜਦੋਂ तेरी अवस्था बनेगी प्रात्मा पार ब्रह्म का, प्रात्मा पार ब्रह्म का, जदों तेरी आत्मा ते परमात्मा जेड़े आ वो एक हो गए। भाई साहब भाई तारू सिंह जी, उस तो बाद जदों उन्हां दी खोपड़ी उतारी है, इतिहासकार लिखदा जकरिया खान दा पेशाब बंद हो गया। मैं संपता वाल आवां, जकरिया खान दा पेशाब बंद हो गया। जदों जकरिया खान दा पेशाब बंद होया ना, ਹੁਣ ਸਾਧ ਸੰਗਤ ਜੀ, ਪਿਸ਼ਾਬ ਇੱਕ ਸਾਡੇ ਸਰੀਰ ਦੀ ਕਿਰਿਆ ਹੈ, ਜਿਹਦੇ ਨਾਲ ਸਾਡੇ ਸਰੀਰ ਦੇ ਵਿੱਚੋਂ ਜੋ ਵੀ ਹੈ ਨਿਕਲਣ ਦੇ ਨਾਲ ਇੱਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਉਹਦਾ ਪਿਸ਼ਾਬ ਬੰਦ ਹੋ ਗਿਆ, ਉਹ ਵਿਚਾਰਾ ਕਦੀ ਮੰਜੇ ਤੇ ਲੰਮਾ ਪਵੇ, ਕਦੀ ਹੇਠਾਂ ਲੰਮਾ ਪਵੇ। ਫਿਰ ਉਹਦੇ ਦਿਮਾਗ ਵਿੱਚ ਆਇਆ, ਕਹਿੰਦਾ ਮੈਂ ਤੇ ਇੱਕ ਸੰਤ ਨੂੰ ਕਹਿੰਦਾ ਦੁਖੀ ਕਰਤਾ, ਸੰਤਨ ਦੁੱਖ ਪਾਏ ਤੇ ਮੈਂ ਤੇ ਕਹਿੰਦਾ ਇੱਕ ਸੰਤ ਨੂੰ ਕਹਿੰਦਾ ਦੁਖੀ ਕਰ ਦਿੱਤਾ। ਕਹਿੰਦਾ ਫਿਰ ਉਹਨੇ ਭਾਈ ਸੁਬੇਗ ਸਿੰਘ ਨੂੰ ਬੁਲਾਇਆ। ਭਾਈ ਸੁਬੇਗ ਸਿੰਘ ਨੂੰ ਉਹਨੇ ਸ਼ਹਿਰੋਂ ਬੁਲਾਇਆ। ਦਰਅਸਲ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਇਹ ਉਹ ਹਨ ਜਿਨ੍ਹਾਂ ਨੂੰ ਬਾਅਦ ਵਿੱਚ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਸੀਗਾ। ਫਿਰ ਉਹਨੇ ਭਾਈ ਸੁਬੇਗ ਸਿੰਘ ਨੂੰ ਬੁਲਾਇਆ। ਭਾਈ ਸੁਬੇਗ ਸਿੰਘ ਨੂੰ ਸਾਰੀ ਗੱਲ ਦੱਸੀ। ਕਹਿੰਦਾ ਵੀ ਆਹ ਕੁਛ ਹੋਇਆ ਮੇਰੇ ਨਾਲ ਤੇ ਮੈਂ ਕੀ ਕਰਾਂ। ਇੱਥੋਂ ਤੱਕ ਰਤਨ ਸਿੰਘ ਭੰਗੂ ਲਿਖਦੇ, ਕਹਿੰਦਾ ਮੈਂ ਜਦੋਂ ਰਾਤ ਨੂੰ ਕਮਰੇ ਵਿੱਚ ਹੁੰਨਾ ਨਾ, ਮੇਰੀ ਗੱਲ ਧਿਆਨ ਨਾਲ ਸੁਣਿਓ, ਜਦੋਂ ਮੈਂ ਰਾਤ ਨੂੰ ਕਮਰੇ ਵਿੱਚ ਹੁੰਨਾ ਤੇ ਇੱਕ ਦਾੜੀ ਵਾਲਾ ਤੇ ਕੇਸਾਂ ਵਾਲਾ ਮੇਰੀ ਛਾਤੀ ਤੇ ਨੱਚਦਾ, ਜਦੋਂ ਕਿਤੇ ਅੱਖ ਲੱਗਦੀ। ਹੁਣ ਹੋਰ ਚਲੀਏ ਅੱਗੇ। 1984 ਦੇ ਵਿੱਚ, ਇਹ ਮੇਰੇ ਕੋਲ ਅਥੈਂਟੀਕੇਟਡ ਪ੍ਰੂਫ ਹੈ, ਆਪਣੇ ਕੋਲੋਂ ਕੋਈ ਗੱਲ ਨਹੀਂ, ਜਦੋਂ ਬੀਬੀ ਇੰਦਰਾ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੂਨ ਦੇ ਵਿੱਚ, ਠੀਕ ਹੈ ਜੀ, ਅਕਤੂਬਰ 'ਚ ਚਲੀ ਗਈ, ਭੇਜਤੀ, ਤੇ ਅਕਤੂਬਰ ਦੇ ਸ਼ੁਰੂ ਦੇ ਵਿੱਚ ਤੇ ਸਤੰਬਰ ਦੇ ਆਖਰੀ ਦਿਨਾਂ ਦੇ ਵਿੱਚ ਉਹਦੀ ਆਪਣੀ ਸਹੇਲੀ ਹੈ, ਉਹਨੂੰ ਉਹ ਦੱਸ ਰਹੀ ਹੈ, ਕਹਿੰਦੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਂ ਗੋਲੀਆਂ ਖਾ ਕੇ ਸੌਂਦੀ। ਕਹਿੰਦੀ ਕੀ ਹੋਇਆ? ਇਹ ਉਹਨੇ ਕਿਹਾ, ਅਥੈਂਟੀਕੇਟਡ ਮੇਰੇ ਕੋਲ ਪ੍ਰੂਫ ਪਏ ਹੋਏ ਹੈ। ਕਹਿੰਦੀ ਮੇਰੀ ਛਾਤੀ ਤੇ ਕੋਈ ਕਹਿੰਦੀ ਦਾੜੀ ਵਾਲਾ ਆ ਕੇ ਕਹਿੰਦੀ ਰਾਤ ਨੂੰ ਚੜ੍ਹਦਾ, ਮੈਨੂੰ ਸੌਣ ਨਹੀਂ ਦਿੰਦਾ।
ਇਹ ਸਾਧ ਸੰਗਤ ਜੀ ਜਿਹੜੇ ਸ਼ਹੀਦ ਹੈ, ਜਿਹੜੀਆਂ ਰਤੀਆਂ ਹੋਈਆਂ ਰੂਹਾਂ ਨਾ, ਜਦੋਂ ਤੁਸੀਂ ਉਹਨਾਂ ਨੂੰ ਤੰਗ ਕਰਦੇ ਹੋ ਨਾ, ਤੇ ਫਿਰ ਮਾਫ ਕਰਨਾ, ਉਹ ਵੀ ਫਿਰ ਕੀ ਨਾ ਉਹਦਾ ਆਪਣਾ ਜਿਹੜਾ ਹੈਗਾ, ਆਪਣਾ ਜਿਹੜਾ ਕਰਮ ਕਹਿ ਲਈਏ, ਆਪਣਾ ਜਿਹੜਾ ਪ੍ਰਤਾਪ ਕਹਿ ਲਈਏ, ਉਹ ਫਿਰ ਦਿਖਾਉਂਦੇ ਹੈਗੇ ਆ। ਇਹ ਇੰਦਰਾ ਗਾਂਧੀ ਦੀ ਆਟੋਬਾਇਓਗ੍ਰਾਫੀ ਵਿੱਚ ਲਿਖੀ ਹੋਈ ਹੈ, ਜਿਹੜੀ ਉਹਦੀ ਸਹੇਲੀ ਪੱਤਰਕਾਰ ਸੀਗੀ, ਮੈਨੂੰ ਨਾਮ ਵਿਸਰ ਗਿਆ ਉਹਦਾ। ਪੱਤਰਕਾਰ ਨੂੰ ਉਹ ਇਹ ਗੱਲ ਕਹਿ ਰਹੀ ਹੈ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਂ ਗੋਲੀਆਂ ਖਾ ਕੇ ਸੌਂਦੀ ਹਾਂ, ਤੇ ਮੇਰੀ ਛਾਤੀ ਤੇ ਦਾੜੀ ਵਾਲਾ ਇੱਕ ਕਹਿੰਦੀ ਮੇਰਾ ਛਾਤੀ ਤੇ ਆ ਕੇ ਕਹਿੰਦੀ ਚੜਦਾ, ਉਹ ਦਬਾਉਂਦਾ ਕਹਿੰਦੀ ਮੇਰੀ ਛਾਤੀ ਨੂੰ, ਕਹਿਣ ਤੋਂ ਭਾਵ ਕਿ ਮੈਨੂੰ ਤੰਗ ਕਰਦਾ ਕਹਿੰਦੀ। ਸੋ ਰਤਨ ਸਿੰਘ ਭੰਗੂ ਲਿਖਦੇ ਹੈ, ਫਿਰ ਉਹਨੇ ਕਿਹਾ ਜੋ ਜਾ ਕੇ ਦੱਸਿਆ ਸੁਬੇਗ ਸਿੰਘ ਨੂੰ, ਸੁਬੇਗ ਸਿੰਘ ਆ ਮੇਰੇ ਹਾਲਾਤ ਹੈ। ਸੁਬੇਗ ਸਿੰਘ ਨੇ ਸਿਰ ਮਾਰਤਾ, ਕਹਿੰਦਾ ਕੁਛ ਨਹੀਂ ਹੋ ਸਕਦਾ ਤੇਰਾ। ਕਹਿੰਦਾ ਕਿਉਂ ਨਹੀਂ ਹੋ ਸਕਦਾ? ਕਹਿੰਦਾ ਮੇਰਾ ਮੱਥਾ ਟੇਕ ਜਾ ਕੇ, ਕਹਿੰਦਾ ਤਾਰੂ ਸਿੰਘ ਕੋਲ। ਸੁਬੇਗ ਸਿੰਘ ਫਿਰ ਤਾਰੂ ਸਿੰਘ ਕੋਲ ਗਿਆ, ਕਹਿੰਦਾ ਉਹਦੀ ਬੜੀ ਮਾੜੀ ਹਾਲਾਤ ਹੈ, ਦੱਸ। ਕਹਿੰਦਾ ਦਰਅਸਲ ਸੁਬੇਗ ਸਿੰਘ ਵੀ ਜਾਣ ਤੋਂ ਡਰਦਾ ਸੀ ਤਾਰੂ ਸਿੰਘ ਕੋ। ਉਹਨੂੰ ਇਹ ਸੀਗਾ ਵੀ ਉਹਨੇ ਕਹਿਣਾ ਤੂੰ ਇੱਕ ਦੁਸ਼ਟ ਦੀ ਸਿਫਾਰਿਸ਼ ਲੈ ਕੇ ਆਇਆ, ਔਰ ਇਹਦੇ ਵਿੱਚ ਲਿਖਿਆ ਵੀ ਹੋਇਆ, ਹੁਣ ਆਪਣੇ ਕੋਲ ਸਮਾਂ ਨਹੀਂ। ਤਾਰੂ ਭਾਈ ਰਤਨ ਸਿੰਘ ਲਿਖਦੇ, ਤਾਰੂ ਸਿੰਘ ਨੇ ਕਿਹਾ ਜੇ ਤੂੰ ਸਿੱਖ ਦੀ ਸਿਫਾਰਿਸ਼ ਲੈ ਕੇ ਆਇਆ ਹੁੰਦਾ ਨਾ, ਤੇ ਮੇਰੇ ਚਮੜਾ ਉਧੇੜ ਕੇ ਮੈਂ ਤੈਨੂੰ ਦੇ ਦਿੰਦਾ, ਉਹਦੇ ਪੈਰਾਂ ਵਿੱਚ ਜੁੱਤੀ ਪਵਾ ਦਿੰਦਾ। ਤੂੰ ਇੰਨਾ ਮੈਂ ਉਹਦਾ ਸਤਿਕਾਰ ਕਰਦਾ ਜੇ ਇੱਕ ਸਿੱਖ ਆਇਆ ਹੁੰਦਾ, ਪਰੰਤੂ ਇੱਕ ਦੁਸ਼ਟ ਦੀ ਸਿਫਾਰਿਸ਼ ਲੈ ਕੇ ਤੂੰ ਮੇਰੇ ਕੋਲ ਆਇਆ। ਫਿਰ ਤਾਰੂ ਸਿੰਘ ਨੂੰ ਉਹਨਾਂ ਨੇ ਮਿੰਨਤਾਂ ਪਾਈਆਂ, ਸੁਬੇਗ ਸਿੰਘ ਨੇ ਸਮਝਾਇਆ। ਤਾਰੂ ਸਿੰਘ ਕਹਿੰਦਾ ਮੇਰੇ ਮੂੰਹ ਚੋਂ ਜਿਹੜਾ ਬਚਨ ਨਿਕਲਣਾ ਸੀ ਨਿਕਲ ਗਿਆ, ਹੁਣ ਏਦਾਂ ਕਰ ਜਿਨ੍ਹਾਂ ਦੇ ਲਈ ਇਹ ਸਾਰਾ ਕਾਰਾ ਵਰਤਿਆ ਉਹਨਾਂ ਨੂੰ ਜਾ ਕੇ ਜੰਗਲਾਂ ਵਿੱਚ ਮਿਲ, ਖਾਲਸੇ ਨੂੰ ਜਾ ਕੇ ਮਿਲ, ਖਾਲਸਾ ਜੋ ਕਹੇਗਾ ਉਹ ਹੋਏਗਾ। ਫਿਰ ਸੁਬੇਗ ਸਿੰਘ ਜੰਗਲਾਂ ਵਿੱਚ ਗਿਆ, ਨਾਲ ਤਾਰੂ ਸਿੰਘ ਨਾਲ ਆਹ ਗੱਲ ਲੈ ਕੇ ਗਿਆ ਵੀ ਜੋ ਖਾਲਸੇ ਦਾ ਫੈਸਲਾ ਹੋਏਗਾ ਉਹ ਜਿਹੜਾ ਮੰਨਿਆ ਜਾਵੇਗਾ। ਸੁਬੇਗ ਸਿੰਘ ਜੰਗਲਾਂ ਵਿੱਚ ਗਏ, ਜੰਗਲਾਂ ਵਿੱਚ ਖਾਲਸਾ ਜਿਹੜਾ ਸੀ, ਖਾਲਸੇ ਨੇ ਭਾਈ ਤਾਰੂ ਸਿੰਘ ਦੇ ਬਾਰੇ ਪੁੱਛਿਆ। ਜਦੋਂ ਪਤਾ ਲੱਗਾ ਵੀ ਆਹ ਭਾਣਾ ਜਿਹੜਾ ਵਰਤ ਗਿਆ, ਤੇ ਜਿਹੜੇ ਖਾਲਸੇ ਸੀਗੇ ਉਹ ਕਹਿੰਦੇ ਸੀ ਸਾਨੂੰ ਮੌਕਾ ਮਿਲੇ ਤੇ ਅਸੀਂ ਦੁਸ਼ਟ ਨੂੰ ਕਹਿੰਦੇ 1 ਮਿੰਟ ਵਿੱਚ ਕਹਿੰਦੇ ਖਤਮ ਕਰ ਦਈਏ, ਭਾਵਾਂ ਆਪ ਸ਼ਹੀਦ ਹੋ ਜਾਈਏ, ਪਰ ਇੱਕ ਵਾਰੀ ਉੱਤੇ ਜਾ ਕੇ ਚੜ੍ਹਾਈ ਕਰੀਏ। ਸੁਬੇਗ ਸਿੰਘ ਨੇ ਸਮਝਾਇਆ ਸਾਰਾ ਕੁਝ, ਖਾਲਸੇ ਨੂੰ ਮਿੰਨਤਾਂ ਪਾਈਆਂ। ਫਿਰ ਖਾਲਸੇ ਨੇ ਕਿਹਾ ਏਦਾਂ ਕਰੋ, ਤਾਰੂ ਸਿੰਘ ਦੇ ਪੈਰ ਦੇ ਮੇਚ ਦੀ ਜੁੱਤੀ ਬਣਾਈ ਜਾਵੇ, ਜਾਂ ਜੁੱਤੀ ਬਾਜ਼ਾਰੋਂ ਲਈ ਜਾਵੇ, ਉਹ ਜੁੱਤੀ ਜਿਹੜੀ ਹੈ ਇਹਦੇ ਸਿਰ ਵਿੱਚ ਮਾਰੀ ਜਾਵੇ। ਸਾਧ ਸੰਗਤ ਜੀ 15 ਤੋਂ 20 ਦਿਨ ਉਹ ਜੁੱਤੀ ਜਿਹੜੀ ਸੀ ਇਹਦੇ ਸਿਰ ਵਿੱਚ ਰੋਜ਼ ਵੱਜਦੀ, ਤੇ ਇਹਦਾ ਪਿਸ਼ਾਬ ਜਿਹੜਾ ਉਹ ਚੱਲਦਾ ਸੀਗਾ। ਫਿਰ ਇੱਕ ਦਿਨ ਜਦੋਂ ਹੋਇਆ, ਆਖਰੀ ਸਮਾਂ ਆਇਆ, ਉਹ ਜਿਹੜਾ ਨਵਾਬ ਸੀਗਾ ਉਹ ਬਸਤਰ ਪਾ ਕੇ ਜਦੋਂ ਠੀਕ ਹੋ ਗਿਆ, ਉਹ ਬਸਤਰ ਪਾ ਕੇ ਕਚਹਿਰੀਆਂ ਤੇ ਬੈਠਾ, ਤੇ ਕਚਹਿਰੀਆਂ 'ਚ ਉਹਨੇ ਸੁਬੇਗ ਸਿੰਘ ਨੂੰ ਬੁਲਾਇਆ। ਸੁਬੇਗ ਸਿੰਘ ਨੂੰ ਉਹਨੇ ਆਪਣੇ ਨਾਲ ਬਿਠਾਇਆ, ਤੇ ਸੁਬੇਗ ਸਿੰਘ ਨੂੰ ਕਿਹਾ ਤੂੰ ਮੇਰੀ ਬਹੁਤ ਮਦਦ ਕੀਤੀ ਹੈ, ਦੱਸ ਮੈਂ ਤੇਰੇ ਵਾਸਤੇ ਕੀ ਕਰਾਂ। ਤੇ ਸੁਬੇਗ ਸਿੰਘ ਨੇ ਪਤਾ ਕੀ ਮੰਗਿਆ? ਸੁਬੇਗ ਸਿੰਘ ਕਹਿੰਦਾ ਮੈਨੂੰ ਚਬੂਤਰੇ ਦਾ ਹੱਕਦਾਰ ਬਣਾਇਆ ਜਾਵੇ। ਚਬੂਤਰਾ ਕੀ ਹੁੰਦਾ ਸੀਗਾ? ਚਬੂਤਰਾ ਇਹ ਸੀਗਾ ਕਿ ਜਿਹੜਾ ਵੀ ਫੈਸਲਾ ਕਰਨਾ ਉਹ ਸੁਬੇਗ ਸਿੰਘ ਦਾ ਆਖਰੀ ਫੈਸਲਾ ਹੋਊਗਾ, ਤੇ ਦੂਸਰਾ ਜਿਹੜੀ ਉਹਦੀ ਟਕਸਾਲ ਹੈ ਜਿਸ 'ਚ ਪੈਸੇ ਬਣਦੇ ਹੈ, ਉਹਨਾਂ ਦੀ ਜਿਹੜੀ ਸਾਰੀ ਮਲਕੀਅਤ ਹੈ, ਉਹਨਾਂ ਦਾ ਜਿਹੜਾ ਸਾਰਾ ਹੈਗਾ ਉਹ ਮੇਰੇ ਹੱਥ ਵਿੱਚ। ਜਦੋਂ ਸੁਬੇਗ ਸਿੰਘ ਚਬੂਤਰੇ ਦਾ ਜਿਹੜਾ ਸੀਗਾ ਮਾਲਕ ਬਣਿਆ, ਜਾਂ ਕਹੀਏ ਉਹਨੂੰ ਚਬੂਤਰੀਆ ਬਣਾਇਆ ਗਿਆ, ਤੇ ਫਿਰ ਸੁਬੇਗ ਸਿੰਘ ਨੇ ਸਿੱਖਾਂ ਦੇ ਵਾਸਤੇ ਜਿਹੜਾ ਸੀਗਾ ਉਹ ਉਹਨਾਂ ਨੇ ਜਿਹੜੇ ਉਹਨੇ ਮੀਨਾਰ ਸਿੱਖਾਂ ਦੀਆਂ ਖੋਪੜੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਨਾਲ ਮੀਨਾਰ ਲਾਏ ਸੀ, ਉਹਨਾਂ ਸਾਰਿਆਂ ਦਾ ਉਹਨਾਂ ਨੇ ਸੰਸਕਾਰ ਕੀਤਾ। ਸੰਸਕਾਰ ਕੀਤਾ ਕਹਿਣ ਤੋਂ ਭਾਵ ਕਿ ਜਿਹੜੀ ਟਕਸਾਲ ਦੇ ਵਿੱਚ ਸਿੱਕਾ ਸੀਗਾ ਉਹ ਇਹਦੇ ਨਾਮ ਤੇ ਜਿਹੜਾ ਸੀਗਾ ਚੱਲਦਾ ਸੀਗਾ। ਫਿਰ ਸੁਬੇਗ ਸਿੰਘ ਨੂੰ ਇਹ ਪਤਾ ਸੀਗਾ ਵੀ ਇਹ 2 ਜਾਂ 3 ਦਿਨ ਤੋਂ ਵੱਧ ਨਹੀਂ ਰਹੇਗਾ। ਜਦੋਂ 2 ਦਿਨ ਦੇ ਬਾਅਦ ਇਹਦੀ ਮੌਤ ਹੋ ਗਈ, ਇਹ ਜਦੋਂ ਚੜ੍ਹਾਈ ਕਰ ਗਿਆ, ਤੇ ਜਾ ਕੇ ਇੱਕ ਸਿੱਖ ਨੇ ਅੰਮ੍ਰਿਤ ਵੇਲੇ ਫੇਰ ਜਿਹੜਾ ਸੀਗਾ ਭਾਈ ਤਾਰੂ ਸਿੰਘ ਨੂੰ ਦੱਸਿਆ ਕਿ ਭਾਈ ਤਾਰੂ ਸਿੰਘ ਕਲਗੀਆਂ ਵਾਲੇ ਨੇ ਤੇਰੇ ਬਚਨਾਂ ਦੀ ਲਾਜ ਰੱਖੀ ਹੈ। ਜਦੋਂ ਇੰਨੀ ਗੱਲ ਕਹੀ, ਕਲਗੀਆਂ ਵਾਲੇ ਨੇ ਤੇਰੇ ਬਚਨਾਂ ਦੀ ਲਾਜ ਰੱਖੀ ਹੈ, ਫਿਰ ਤਾਰੂ ਸਿੰਘ ਨੇ ਕਿਹਾ ਕਿ ਤੁਸੀਂ ਇਦਾਂ ਕਰੋ, ਮੇਰੀ ਜਿਹੜੀ ਚਿਖਾਵ ਹੈ ਉਹ ਤੁਸੀਂ ਤਿਆਰ ਕਰੋ, ਉਹ
ਤੁਸੀਂ ਜਿਹੜੀ ਮੇਰੀ ਇੱਕ ਚਿਖਾ ਤਿਆਰ ਕਰੋ ਔਰ ਦਰਬਾਰ ਸਾਹਿਬ ਤੋਂ ਜਾ ਕਰਕੇ ਤੁਸੀਂ ਜਿਹੜਾ ਜਲ ਲੈ ਕੇ ਆਓ, ਉਹਦੇ ਵਿੱਚ ਮੈਂ ਇਸ਼ਨਾਨ ਕਰਨਾ। ਇੱਥੇ ਫਿਰ ਭਾਈ ਤਾਰੂ ਸਿੰਘ ਆਖਰੀ ਜਿਹੜੀ ਉਹਨਾਂ ਦੀ ਸ਼ਹਾਦਤ ਭਾਈ ਸਾਹਿਬ ਲਿਖਦੇ, ਕੁੱਪਾ ਰੁੜਿਓ ਜਗ ਕਹੇ। ਕੁੱਪਾ ਦੁਸ਼ਟਨ ਜਿਹੜਾ ਸੀਗਾ ਉਹ ਮਰ ਗਿਆ, ਜਿਹੜਾ ਉਹਦਾ ਪਾਪ ਦਾ ਭਰਿਆ ਹੋਇਆ ਜਿਹੜਾ ਕੁੱਪਾ ਸੀਗਾ ਉਹ ਰੁੜ ਗਿਆ। ਇਹ ਲੋਕ ਕਹਿੰਦੇ ਪਏ ਸੀ ਲਾਹੌਰ ਦੇ, ਕੁੱਪਾ ਰੁੜਿਓ ਜਗ ਕਹੇ ਪਰੀ ਸ਼ਹਿਰ ਮੈਂ ਰੋਰ। ਸਾਰੇ ਸ਼ਹਿਰ ਵਿੱਚ ਇਹ ਰੌਲਾ ਪੈ ਗਿਆ ਕਿ ਜਿਹੜਾ ਦੁਸ਼ਟ ਸੀਗਾ ਉਹਦਾ ਜਿਹੜੀ ਪਾਪਾਂ ਦੀ ਭਰੀ ਹੋਈ ਬਾਲਟੀ ਹੈ। ਮੈਂ ਇੱਕ ਬੇਨਤੀ ਕਰਾਂ, ਅਸੀਂ ਕਈ ਵਾਰ ਦੇਖ ਲੈਂਦੇ ਹਾਂ ਕਿਸੇ ਨੂੰ, ਯਾਰ ਇਸ ਬੰਦੇ ਨੇ ਇੰਨੇ ਪਾਪ ਕੀਤੇ ਆ ਤੇ ਇਹ ਮਰਦਾ ਨਹੀਂ, ਮਗਰੋਂ ਲੈਂਦਾ ਨਹੀਂ। ਮੈਂ ਬੇਨਤੀ ਕਰਾਂ, ਉਹਦੇ ਕੁਛ ਪਾਪ ਰਹਿ ਜਾਂਦੇ ਆ। ਫਿਰ ਪਰਮਾਤਮਾ ਬੜਾ ਬੇਅੰਤ ਹੈ, ਜਦੋਂ ਸਾਰੇ ਪਾਪ ਉਹਦੀ ਬਾਲਟੀ ਭਰ ਜਾਂਦੀ ਆ ਨਾ, ਜਾਂ ਉਹਦੀ ਤੱਕੜੀ ਵਿੱਚ ਸਾਰੇ ਪਾਪ ਆ ਜਾਂਦੇ ਆ, ਫਿਰ ਉਹ ਆਪਣੇ ਆਪ ਰੁੜ ਜਾਂਦਾ। ਫਿਰ ਉਹ ਆਪਣੇ ਆਪ, ਇਹ ਉਹਦੀ ਖੇਡ ਹੈ। ਇੱਥੇ ਫਿਰ ਉਹ ਲਿਖ ਰਿਹਾ, ਕੁੱਪਾ ਰੁੜਿਓ ਜਗ ਕਹੇ ਪਰੀ ਸ਼ਹਿਰ ਮੈਂ ਰੋਰ। ਸਿੰਘ ਅਚਾਨਕ ਆ ਕਹਿਓ ਤਾਰੂ ਸਿੰਘ ਜੀ ਕੋਰ। ਤਾਰੂ ਸਿੰਘ ਦੇ ਕੋਲ ਆ ਕੇ ਸਿੰਘ ਨੇ ਦੱਸਿਆ, ਤਬ ਸਿੰਘ ਜੋ ਬਚਨ ਉਚਾਰਾ। ਫਿਰ ਤਾਰੂ ਸਿੰਘ ਕੀ ਕਹਿ ਰਿਹਾ, ਲਿਆਵੋ ਲੱਕੜੀ ਚਿਖ ਕਰੋ ਤਿਆਰਾ। ਕਹਿੰਦਾ ਹੁਣ ਤੁਸੀਂ ਲੱਕੜਾਂ ਲੈ ਕੇ ਆਓ ਤੇ ਇੱਕ ਚਿਖਾ ਮੇਰੀ ਵੀ ਤਿਆਰ ਕਰੋ। ਸੁਨਤ ਸਿੰਘ ਬਿਦ ਸੋਈ ਕਰੀ। ਉਹੀ ਕੰਮ ਫੇ ਕਹਿੰਦਾ ਸਿੰਘਾਂ ਨੇ ਕੀਤਾ ਜੋ ਕਹਿੰਦਾ ਤਾਰੂ ਸਿੰਘ ਨੇ ਕਿਹਾ। ਚਿਖਾ ਤਿਆਰ ਦੇਰ ਬਿਨ ਧਰੀ, ਬਿਨਾ ਦੇਰੀ ਤੋਂ ਚਿਖਾ ਜਿਹੜੀ ਸੀ ਤਿਆਰ ਕੀਤੀ ਗਈ। ਬਹੁ ਖੁਸ਼ੀਆਂ ਸੋ ਦੇਹੀ ਭਰੀ, ਬਹੁ ਖੁਸ਼ੀਆਂ ਸੋ ਦੇਹੀ ਭਰੀ। ਤਾਰੂ ਸਿੰਘ ਅੰਦਰੋਂ ਜਿਹੜਾ ਸੀ ਨਾ ਖੁਸ਼ ਹੋ ਰਿਹਾ। ਦੇਖੋ ਖੁਸ਼ ਉਹਦੀ ਮੌਤ ਤੇ ਨਹੀਂ ਹੋ ਰਿਹਾ। ਬੜੇ ਧਿਆਨ ਨਾਲ, ਜੋ ਪਰੋਸੀ ਕੇ ਹੁਆ ਤੂੰ ਆਪਣੇ ਵੀ ਸਿੰਘ। ਕਦੀ ਕਿਸੇ ਦੀ ਚਾਹੇ ਦੁਸ਼ਟ ਵੀ ਮਰੇ, ਉਹ ਤਾਂ ਖੁਸ਼ ਹੋ ਰਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਮੇਰਾ ਬਚਨ ਜਿਹੜਾ ਪੁਗਾ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਮੇਰਾ ਜਿਹੜਾ ਬਚਨ ਹੈ ਉਹ ਪੂਰਾ ਕਰ ਦਿੱਤਾ। ਸਤਿਗੁਰ, ਅੱਗੇ ਪੰਕਤੀ ਆ ਗਈ, ਸਤਿਗੁਰ ਪੈਜ ਖਾਲਸੇ ਰਾਖੀ। ਸਤਿਗੁਰ ਨੇ ਖਾਲਸੇ ਦੀ ਜਿਹੜੀ ਇੱਜ਼ਤ ਸੀਗੀ, ਪੈਜ ਜਿਹੜੀ ਸੀਗੀ ਉਹ ਰੱਖਦੀ। ਔਰ ਸਾਧ ਸੰਗਤ ਜੀ, ਅਸੀਂ ਕਹਿ ਦਿੰਨੇ ਆ ਉਹਦੇ ਘਰ ਦੇਰ ਹੈ ਅੰਧੇਰ ਨਹੀਂ। ਮੇਰੀ ਬੇਨਤੀ ਸੁਣਿਓ, ਨਾ ਉਹਦੇ ਘਰ ਦੇਰ ਹੈ ਨਾ ਉਹਦੇ ਘਰ ਅੰਧੇਰ ਹੈ। ਇਹਦਾ ਮਤਲਬ ਥੋੜੀ ਆ ਕਿ ਗੁਰੂ ਘਰ ਹੁਣ ਹਨੇਰਾ ਹੋ ਗਿਆ ਤੇ ਬਾਅਦ ਚਾੜਨ ਹੋ ਗਿਆ। ਨਾ, ਉਹਦੇ ਘਰ 'ਚ ਨਾ ਤੇ ਦੇਰ ਹੈ ਨਾ ਤੇ ਅੰਧੇਰ ਹੈ। ਇੱਕ ਸਮਾਂ ਹੀ ਜਿਹੜਾ ਹੈ ਉਹ ਫਿਰ ਪਰਮਾਤਮਾ ਆਪ ਬਿੱਦ ਬਣਾਉਂਦਾ ਜਦੋਂ ਉਹਨੇ ਖਾਲਸੇ ਨੂੰ ਜਿਹੜੀ ਹੈ ਦਾਤ ਬਖਸ਼ਣੀ ਹੁੰਦੀ। ਇੱਥੇ ਕਹਿ ਰਹੇ ਹੈ, ਬਹੁਤ ਖੁਸ਼ੀਆਂ ਸੋ ਦੇਹੀ ਭਰੀ। ਸਤਿਗੁਰ ਪੈਜ ਖਾਲਸੇ ਰਾਖੀ, ਰਹੇ ਜਗਤ ਮੈਂ ਜੁਗ ਜੁਗ ਸਾਖੀ। ਇਹ ਸਾਖੀ ਜਿਹੜੀ ਹੈ ਰਹੇਗੀ। ਹੁਣ ਮੈਨੂੰ ਤੁਸੀਂ ਇਹ ਦੱਸੋ, ਜ਼ਕਰੀਆ ਖਾਨ ਦਾ ਕਿਹੜਾ ਦਿਨ ਮਨਾਉਂਦੇ ਆ ਜੀ? ਚਲੋ ਉਹਨਾਂ ਦੇ ਮੁਸਲਮਾਨ ਵੀ ਭਰਾਵਾਂ ਦੀ ਗੱਲ ਕਰ ਲਈਏ। ਔਰੰਗਜ਼ੇਬ ਦਾ ਕੌਣ ਮਨਾਉਂਦੇ ਆ? ਜਦੋਂ ਕਿਤੇ ਦਸੰਬਰ ਦਾ ਹਫਤਾ ਆਉਂਦਾ ਨਾ, ਪੰਦਰਵਾੜਾ, ਤੇ ਮਾਫ ਕਰਨਾ ਸਿੱਖਾਂ ਦੇ ਅੰਦਰ ਇੱਕ ਧੂ ਪੈਂਦੀ ਹੈ। ਔਰ ਮੈਂ ਬੇਨਤੀ ਕਰਾਂ, ਇਹਨਾਂ ਦਿਨਾਂ ਦੇ ਵਿੱਚ ਘਰ ਦੇ ਵਿੱਚ ਵਧੀਆ ਪਕਵਾਨ ਨਾ ਬਣਾਇਆ ਕਰੋ। ਸਾਦਾ ਜੀਵਨ ਇਹਨਾਂ ਦਿਨਾਂ ਦੇ ਵਿੱਚ ਆਪਣਾ ਬਿਤਾਇਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਇਹਨਾਂ 15 ਦਿਨਾਂ ਦੇ ਵਿੱਚ ਘੱਟੋ ਘੱਟ ਚੁਗਲੀ ਤੇ ਨਿੰਦਿਆ ਤੋਂ ਬਚ ਜਾਈਏ। ਵੈਸੇ ਤੇ ਚਲੋ ਸ਼ੁਰੂਆਤ ਤੇ ਕਰੀਏ ਇਹਨਾਂ 15 ਦਿਨਾਂ ਦੇ ਵਿੱਚ, ਸ਼ਾਇਦ ਸਾਹਿਬਜ਼ਾਦੇ ਬਖਸ਼ਿਸ਼ ਕਰਨ, ਸਾਡਾ ਪੂਰਾ ਜੀਵਨ ਹੀ ਜਿਹੜਾ ਇਹ ਤੋਂ ਬਚ ਜਾਵੇ। ਇਹਨਾਂ 15 ਦਿਨਾਂ ਦੇ ਵਿੱਚ ਚੁਗਲੀ ਤੇ ਨਿੰਦਿਆ, ਖੁਦੀ ਤੇ ਬਖੀਲੀ, ਇਹਨਾਂ ਤੋਂ ਆਪਾਂ ਜਿਹੜਾ ਆਪਣੇ ਆਪ ਨੂੰ ਬਚਾ ਕੇ ਰੱਖੀਏ ਘੱਟੋ ਘੱਟ। ਔਰ ਇਹਨਾਂ 15 ਦਿਨਾਂ ਦੇ ਵਿੱਚ ਸਾਧ ਸੰਗਤ ਜੀ, ਉਹ ਜਦੋਂ ਪੋਹ ਦੀਆਂ ਰਾਤਾਂ ਤੇ ਚਮਕੌਰ ਦੀ ਗੜੀ ਆਉਂਦੀ ਨਾ ਸਾਹਮਣੇ, ਜਿਹਨੂੰ ਮਹਾਰਾਜ ਕਹਿੰਦੇ ਗੁਰਸਨੇਹ ਕੀ ਕਾਰੇ ਕੁਨਦ ਚਿਹਰ ਨਰ ਕੀ ਦੈਲਕ ਬਰਾਇਦ ਬਰੋ ਕੇ ਬੇਖਬਰ ਚੇਹਾ ਸ਼ੁੱਧ ਕਿਚੂ ਬਚਗਾਹ ਕੁਸ਼ਤੈ ਚਾਰ ਕਿ ਬਾਕੀ ਬਮਾ ਦਸਤ ਪੇਚੀ ਦਹਿ ਮਾਰ। ਮਹਾਰਾਜ ਕਹਿੰਦੇ ਉਹ ਜਦੋਂ ਪੜ੍ਹਦੇ ਐ, ਸੁਣਦੇ ਐ, ਇੱਕ ਇੱਕ ਸਿੰਘ ਜਿਹੜਾ ਸਵਾ ਲੱਖ ਨਾਲ ਲੜ ਗਿਆ। 10 ਲੱਖ ਸੀਗੇ ਪੂਰੇ, 40 ਅੰਦਰ ਸਿੰਘ ਸੀਗੇ। ਮਹਾਰਾਜ ਮੈਂ ਬੇਨਤੀ ਕਰਾਂ, ਰਹੋ ਜਗਤ ਮੈਂ ਜੁਗ ਜੁਗ ਸਾਖੀ, ਖੁਤੋ ਅੰਮ੍ਰਿਤਸਰ ਜਲ ਜੋ ਮੰਗਾਇਓ। ਇਹਨੂੰ ਅਸੀਂ ਕੱਟੀਏ ਨਾ, ਇਹ ਪਖੰਡ ਨਹੀਂ ਹੈ। ਇਹ ਭਾਈ ਤਾਰੂ ਸਿੰਘ ਨੇ ਕਿਹਾ ਦਰਬਾਰ ਸਾਹਿਬ ਤੋਂ ਜਿਹੜਾ ਸੀ ਜਲ ਮੰਗਾਇਆ ਜਾਵੇ। ਆਪ ਸਿੰਘਨ ਇਸ਼ਨਾਨ ਕਰਾਇਓ। ਫਿਰ ਆਪ ਸਿੰਘਾਂ ਨੇ ਇਸ਼ਨਾਨ ਕਰਾਇਆ, ਕੜਾ ਪ੍ਰਸ਼ਾਦ ਕਰਾਇਓ, ਤਬ ਹੀ ਸ਼ਬਦ ਪੜਿਓ ਜਪਜੀ ਸਭ। ਸ਼ਬਦ ਪੜਿਓ ਜਪਜੀ ਸਭ।
ਕਹਿੰਦੇ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾਓ, ਮੈਂ ਹੁਣ ਗੁਰੂ ਦੇ ਘਰ ਜਾਣ ਲੱਗਾ। ਕਹਿੰਦੇ ਕੜਾ ਪ੍ਰਸ਼ਾਦ ਦੀ ਦੇਗ ਕਰਾਓ, ਇਸ਼ਨਾਨ ਕਰਾਓ, ਮੈਂ ਜਪਜੀ ਸਾਹਿਬ ਦਾ ਪਾਠ ਸੁਣਾਓ ਤੇ ਮੈਂ ਆਨੰਦਪੁਰ ਦਾ ਵਾਸੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਕਹਿੰਦੇ ਜਾਣ ਲੱਗਾ। ਆਨੰਦ ਪੜਾਏ ਕਰੇ ਅਰਦਾਸ, ਸਿੰਘ ਸਭੂ ਠਾਂਡੇ ਤਿਸ ਪਾਸ, ਠਾਂਡੇ ਤਿਸ ਪਾਸ ਲਾਗੇ ਸੀਗੇ ਬੈਠੇ। ਕਰ ਅਰਦਾਸ ਫਿਰ ਮਾਥ ਝੁਕਾਇਓ, ਕਰ ਅਰਦਾਸ। ਜਦੋਂ ਅਰਦਾਸ ਹੋਈ ਫਿਰ ਉਹਨਾਂ ਨੇ ਆਪਣਾ ਮੱਥਾ ਝੁਕਾ ਦਿੱਤਾ। ਗਏ ਗਰੜ ਜਸ ਸਾਂਸ ਉਡਾਇਓ, ਜਿੱਦਾਂ ਗਰੁੜ ਪੰਛੀ ਜਿਹੜਾ ਉਹ ਤੇਜ਼ੀ ਦੇ ਨਾਲ ਉੜ ਕੇ ਜਾਂਦਾ, ਇਸੇ ਤਰ੍ਹਾਂ ਭਾਈ ਤਾਰੂ ਸਿੰਘ ਦੇ ਜਿਹੜੇ ਸੁਵਾਸ ਹਨ ਉਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਹੁੰਚੇ। ਪਹੁੰਚਿਓ ਜਾਏ ਸੱਚੀ ਦਰਗਾਹ, ਸੁਬੇਗ ਸਿੰਘ ਜੰਬਰ ਤੁਰਤਾ, ਦਿਓ ਚਿਖਾਤਰ ਅਗਨ ਲਗਾਈ, ਪੜਕ ਉਠੀ ਤਬ ਹੀ ਤੁਰਤਾਈ। ਲੱਕੜਾਂ ਸੁੱਕੀਆਂ ਸੀ, ਅੱਗ ਜਿਹੜੀ ਸੀ ਉੱਠ ਪਈ। ਫਿਰ ਅੱਗੇ ਕਹਿੰਦੇ 1802 ਸਾਲ ਪਰ ਬੀਤੇ ਬਿਕਰਮਾਏ, 1802 1802 ਚੋਂ 57 ਮਾਈਨਸ ਕਰ ਲਓ, ਘਟਾ ਲਓ ਤੇ ਈਸਵੀ ਬਣ ਜਾਂਦਾ। ਜਦੋਂ ਵੀ ਬਿਕਰਮੀ ਸਨ ਚੋਂ ਈਸਵੀ ਦੇ ਆਉਣਾ ਤੁਸੀਂ, ਤੁਹਾਨੂੰ 57 ਸਾਲ ਉਹਦੇ ਚੋਂ ਘਟਾਉਣੇ ਪੈਣਗੇ। ਫਿਰ ਅੱਗੇ ਮਹਾਰਾਜ ਅੱਗੇ ਭਾਈ ਸਾਹਿਬ ਕਹਿੰਦੇ ਤਾਰੂ ਸਿੰਘ ਤਬ ਲੈ ਤੁਰਿਓ, ਜੂਤ ਜੋ ਤਿਹ ਸਿਰ ਲਾਏ। ਅੱਗੇ ਅੱਗੇ ਜਾ ਰਿਹਾ ਨਵਾਬ ਤੇ ਪਿੱਛੇ ਪਿੱਛੇ ਜਾ ਰਿਹਾ ਸਿੰਘ, ਜੁੱਤੀਆਂ ਦੇ ਨਾਲ ਮਾਰ ਮਾਰ ਕੇ ਉਹਨੂੰ ਅੱਗੇ ਲੈ ਕੇ ਜਾ ਰਹੇ ਆ। ਸ਼ਹੀਦ ਸਿੰਘ ਲੈਣ ਆਏ ਗੁਰ ਪਿਆਰੇ, ਆਹ ਪੰਕਤੀ ਵੱਲ ਧਿਆਨ ਦਿਓ। ਸ਼ਹੀਦ ਸਿੰਘ ਜਿਹੜੇ ਸੀ ਨਾ, ਉਹ ਜਿਹੜੇ ਸੀਗੇ ਉਹਨੂੰ ਲੈਣ ਆਏ ਭਾਈ ਤਾਰੂ ਸਿੰਘ ਨੂੰ। ਸ਼ਬਦ ਪੜੇ ਬਾਜੇ ਦੋ ਤਾਰੇ, ਦੋ ਤਾਰਾ ਵੱਜ ਰਿਹਾ ਤੇ ਸ਼ਬਦ ਦਾ ਕੀਰਤਨ ਹੋ ਰਿਹਾ। ਹਾਥ ਘੋੜੇ ਸੋ ਕੋਤਲ ਲਿਆਏ, ਘੋੜੇ ਇਹ ਜਿਹੜੇ ਹਾਥੀ ਹੈ ਇਹ ਸਾਰੇ ਆਏ ਭਾਈ ਤਾਰੂ ਸਿੰਘ ਜੀ ਨੂੰ ਲੈਣ ਵਾਸਤੇ। ਤਾਰੂ ਸਿੰਘ ਬੇਬਾਨ ਬਿਠਾਏ, ਤਾਰੂ ਸਿੰਘ ਬੇਬਾਨ ਬਿਠਾਏ। ਬੇਬਾਨ ਦਾ ਆਖਰੀ ਅਰਥ ਹੈ ਉਹਨੂੰ ਜਿਹੜਾ ਸੀਗਾ ਤਾਰੂ ਸਿੰਘ ਨੂੰ ਬੇਬਾਨ ਵਿੱਚ ਬਿਠਾਇਆ ਗਿਆ, ਸਵਾਰ ਕੀਤਾ ਤੇ ਸੱਚਖੰਡ ਨੂੰ ਪਿਆਨਾ। ਹੁਣ ਜਦੋਂ ਸੱਚਖੰਡ ਪਹੁੰਚੇ ਆ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਖੜੇ ਆ। ਗੁਰੂ ਗੋਬਿੰਦ ਸਿੰਘ ਨੇ ਤਾਰੂ ਸਿੰਘ ਨੂੰ ਜੱਫੇ 'ਚ ਲਿਆ ਤੇ ਨਾਲ 4 ਸਾਹਿਬਜ਼ਾਦੇ, ਤੇ ਗੁਰੂ ਗੋਬਿੰਦ ਸਿੰਘ ਨੇ ਤਾਰੂ ਸਿੰਘ ਨੂੰ ਬਿਠਾਇਆ ਆਪਣੇ ਖੱਬੇ ਪਾਸੇ, ਕਿਉਂਕਿ ਭਾਈ ਮਨੀ ਸਿੰਘ ਸੀਗੇ ਸੱਜੇ ਪਾਸੇ, ਤੇ ਮਹਾਰਾਜ ਨੇ ਉਹਨਾਂ ਨੂੰ ਆਪਣੇ ਕੋਲ ਬਿਠਾਇਆ ਤੇ ਮਹਾਰਾਜ ਨੇ ਉਹਨਾਂ ਨੂੰ ਨਾ ਪਿਆਰ ਕੀਤਾ। ਔਰ ਮਹਾਰਾਜ ਨੇ ਉਹਨਾਂ ਨੂੰ ਕਿਹਾ, ਕਹਿੰਦੇ ਤਾਰੂ ਸਿਆਂ ਜਦ ਤੱਕ ਸੂਰਜ ਰਵੇਗਾ, ਮੈਂ ਸੰਪਤਾ ਵਾਲਾ ਸਮਾਂ ਹੋ ਗਿਆ, ਜਦ ਤੱਕ ਸੂਰਜ ਰਵੇਗਾ, ਜਦ ਤੱਕ ਚੰਦ ਰਵੇਗਾ, ਜਦ ਤੱਕ ਇਹ ਧਰਤੀ ਰਵੇਗੀ, ਉਤਨੀ ਦੇਰ ਤੱਕ ਤੇਰੀਆਂ ਬਾਤਾਂ ਜਿਹੜੀ ਹੈ ਸਿੱਖ ਕੌਮ ਪਾਉਂਦੀ ਰਵੇਗੀ। ਔਰ ਤੇਰੀਆਂ ਬਾਤਾਂ ਸੁਣ ਕੇ, ਤੇਰੀਆਂ ਗਾਥਾਵਾਂ ਸੁਣ ਕੇ ਜਿਹੜਾ ਕੋਈ ਬੱਚਾ ਕਿਸੇ ਸਮੇਂ ਆਪਣੇ ਕੇਸਾਂ ਦਾ ਕਤਲ ਕਰ ਗਿਆ, ਜਾਂ ਬੀਬੀਆਂ ਜਿਹੜੀਆਂ ਆਪਣੇ ਕੇਸਾਂ ਦਾ ਜਿਨ੍ਹਾਂ ਨੇ ਕਤਲ ਕੀਤਾ, ਤੇਰੀ ਗਾਥਾ ਐਸੀ ਜਿਹੜੀ ਦਿਲ ਦੇ ਨਾਲ ਸੁਣਨਗੇ, ਉਹਨਾਂ ਦੇ ਅੰਦਰ ਤੇਰੇ ਲਈ ਪਿਆਰ ਔਰ ਸਿੱਖੀ ਦੇ ਲਈ ਪਿਆਰ ਔਰ ਕੇਸਾਂ ਦੇ ਲਈ ਜਿਹੜਾ ਉਹ ਪਿਆਰ ਆ ਜਾਵੇਗਾ। ਮੈਂ ਬੇਨਤੀ ਕਰਨੀ ਚਾਹੁੰਦਾ ਆਪਣੀ ਕੌਮ ਨੂੰ, ਜਿਸ ਤਰ੍ਹਾਂ ਜ਼ਿੰਦਗੀ ਦੇ ਲਈ ਸਵਾਸਾਂ ਦੀ ਜ਼ਰੂਰਤ ਹੈ, ਜ਼ਿੰਦਗੀ ਤੋਂ ਸਵਾਸਾਂ ਤੋਂ ਬਗੈਰ ਅਸੀਂ ਲਾਸ਼ ਹਾਂ। ਸਾਧ ਸੰਗਤ ਜੀ ਮਾਫ ਕਰਨਾ, ਕੇਸਾਂ ਤੋਂ ਬਗੈਰ ਵੀ ਜਿਹੜੀ ਹੈ ਉਹ ਸਿੱਖੀ ਨਹੀਂ ਹੈਗੀ। ਜੇਕਰ ਜ਼ਿੰਦਗੀ ਜਿਉਣ ਵਾਸਤੇ ਸਵਾਸਾਂ ਦੀ ਜ਼ਰੂਰਤ ਹੈ ਤੇ ਸਾਧ ਸੰਗਤ ਜੀ ਸਿੱਖੀ ਦੇ ਵਾਸਤੇ ਵੀ ਕੇਸਾਂ ਦੀ ਜ਼ਰੂਰਤ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇਕਰ ਤੁਹਾਡੇ ਕਾਰਜ ਪੂਰੇ ਹੋ ਗਏ, ਇੱਥੇ ਤੁਸੀਂ ਕੋਈ ਉਹ ਵਜ੍ਹਾ ਕਰਕੇ ਤੁਸੀਂ ਕੇਸਾਂ ਨੂੰ ਤਲਾਸ਼ ਦਿੱਤੀ ਹੈ, ਆਓ ਆਪਾਂ ਸਾਰੇ ਵਾਪਸ ਮੁੜੀਏ, ਗੁਰੂ ਘਰ ਆ ਕੇ ਮੱਥਾ ਟੇਕ ਕੇ ਅਸੀਂ ਫਿਰ ਦੁਬਾਰਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਸਿੰਘ ਹੈ ਉਹ ਅਸੀਂ ਬਣੀਏ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਇੱਕ ਬੇਨਤੀ ਹੈ, ਕੈਂਪ ਜਿਹੜਾ ਲੱਗ ਰਿਹਾ ਨਾ ਸਾਡਾ, ਸਾਰੇ ਆਪਾਂ ਲਾ ਰਹੇ ਆ, ਇਹ ਕੈਂਪ ਤੇ ਇੱਕ ਸਿਰਫ ਵਾਰਡ ਹੈ, ਖੇਤ ਦੇ ਆਲੇ ਦੁਆਲੇ ਜੋ ਅਸੀਂ ਤੁਹਾਨੂੰ ਲਾ ਕੇ ਦੇ ਰਹੇ ਹਾਂ। ਇਸ ਵਾਰਡ ਦੀ ਰਖਵਾਲੀ ਬਾਕੀ ਦੇ ਜਿਹੜੇ 15 ਦਿਨ ਛੱਡ ਕੇ ਜਿਹੜੇ ਬਾਕੀ 350 ਦਿਨ ਹੈ, ਇਹ ਮਾਂ ਬਾਪ ਨੇ ਆਪਣੇ ਬੱਚੇ ਦੀ ਰਾਖੀ ਕਰਨੀ ਹੈ, ਵਾਰਡ ਦੀ ਰਾਖੀ ਕਰਨੀ। ਜੇ ਤੁਸੀਂ ਵਾਰਡ ਦੀ ਰਾਖੀ ਕਰ ਗਏ, ਉਸ ਵਾਰਡ ਦੇ ਅੰਦਰ ਜਿਹੜਾ ਬੱਚਾ ਤੁਹਾਡਾ ਖੜਾ ਨਾ, ਉਹ ਸਾਧ ਸੰਗਤ ਜੀ ਕਦੀ ਵੀ ਸਿੱਖੀ ਤੋਂ ਮੁਨਕਰ ਨਹੀਂ ਹੋਵੇਗਾ। ਸੋ ਕਹਿਣ ਤੋਂ ਭਾਵ ਅਸੀਂ 15 ਦਿਨਾਂ ਦੇ ਵਿੱਚ ਇੱਕ ਰਸਤਾ ਦਿਖਾ ਰਹੇ ਹਾਂ, ਬਾਕੀ ਦਾ ਸਾਰਾ ਕਾਰਜ ਮੇਰੀਆਂ ਧੀਆਂ ਨੇ ਕਰਨਾ।
ਮੇਰੀਆਂ ਮਾਵਾਂ ਨੇ ਕਰਨਾ ਤੇ ਮੇਰੀਆਂ ਭੈਣਾਂ ਨੇ। 18 ਅਗਸਤ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਖੰਡੇ ਬਾਟੇ ਦੀ ਪਹੁਲ ਤਿਆਰ ਹੋ ਰਹੀ ਹੈ, ਅੰਮ੍ਰਿਤ ਸੰਚਾਰ ਹੋ ਰਿਹਾ, ਜਿਹਨੂੰ ਮੈਂ ਜਿਹਦੇ ਅਰਥ ਕਰਦਾ ਹੁੰਨਾ, ਇਸ ਪੌੜੀ ਤੇ ਝੋਨਰ ਚੂਕੇ ਆਏ ਜਾਏ ਦੁੱਖ ਪਾਏਂਦਾ। ਅੰਮ੍ਰਿਤ ਸੰਚਾਰ 18 ਅਗਸਤ ਨੂੰ ਹੋ ਰਿਹਾ। ਸੋ ਸਾਧ ਸੰਗਤ ਜੀ ਆਪਣੇ ਮਨ ਬਣਾਓ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਛਕੀ ਉਹ ਖੰਡੇ ਬਾਟੇ ਦੀ ਪੌਲ ਛਕੋ, ਔਰ ਕਲਗੀਆਂ ਵਾਲੇ ਦੀ ਖਾਲਸੇ ਦੀ ਜਿਹੜੀ ਫੌਜ ਹੈ ਉਹਦੇ ਵਿੱਚ ਆ ਕਰਕੇ ਦਾਖਲ ਹੋਵੇ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ। ਆਨੰਦ ਇੱਕ ਓੰਕਾਰ